ਅੰਮ੍ਰਿਤ ਸ਼ਾਹ ਬਿਖਾਇ ਬਿਖਾਈ, ਮਾਇਆ ਮੋਹ ਭਰਮ ਪੈ ਭੁਲੇ, ਸੁਤ ਦਾਰਾ ਸੋ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਮਲੰਕ ਦਮ ਪ੍ਰਕਾਸ਼ ਮਿਟਾਈ। ਇੱਕ ਅਰਦਾਸ ਪਾਠ ਕੀ ਰੁਚ ਕੀ, ਗੁਰ ਰਾਮਦਾਸ ਰਾਖੂ ਸਰਨਾਈ। ਜੀਤਾ ਜੀਉ ਪੇਂਡੂ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਨਾਨਕ, ਜੇ ਹਾਂ ਤੂੰ ਕਰਾਈ, ਤੀਹਾ ਹੋ ਕਰੀ ਵਖਿਆਨਾ। ਦਾਸਨ ਦਾਸ ਕਹਿ ਜਨ ਨਾਨਕ, ਜੇ ਹਾਂ ਤੂੰ ਕਰਾਈ, ਤੀਹਾ ਹੋ ਕਰੀ ਵਖਿਆਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਤ ਪਹਾਰਾ ਤੀਰਥ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਜਤ ਪਹਾਰਾ ਤੀਰਥ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ, ਜੁਗੂ ਜੁਗ ਟਲ। ਦਸਾਂ ਹੀ ਪਾਤਸ਼ਾਹਾਂ ਦੀ ਆਤਮਿਕ ਜੋਤ ਸਰੂਪ ਸ਼ਬਦ ਅਵਤਾਰ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਪੰਜ ਬਾਣੀਆਂ ਦੇ ਨਿਤਨੇਮ, ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਵਡਭਾਗੀ ਜਨਾਂ ਨੇ ਇਸ ਭਾਗੀ ਸਮੇਂ ਦਾ ਲਾਹਾ ਪ੍ਰਾਪਤ ਕੀਤਾ। ਸਤਿਗੁਰੂ ਸਾਹਿਬ ਜੀ ਦੀ ਚਲਾਈ ਹੋਈ ਜਿਹੜੀ ਪਰੰਪਰਾ ਉਹਦੇ ਤੇ ਪਹਿਰਾ ਦੇ ਕਰਕੇ ਆਪਣੇ ਆਪ ਨੂੰ ਵਡਭਾਗੇ ਬਣਾਉਣ ਦਾ ਯਤਨ ਕੀਤਾ। ਆਓ ਹੁਣ ਕੁਝ ਸਮੇਂ ਵਾਸਤੇ ਜੋ ਇਸ ਵਿਦਿਆ ਦੇ ਅੰਦਰ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ, ਉਸ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਨਾਲ ਜੋੜ ਕੇ ਲਾਹਾ ਪ੍ਰਾਪਤ ਕਰੀਏ। ਕਈਆਂ ਦੇ ਮਨ ਵਿੱਚ ਸ਼ੰਕਾ ਹੈ, ਪਹਿਲਾਂ ਵੀ ਹੁਣ ਵੀ ਤੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਲੋਕ ਯਤਨ ਕਿ ਜਿਹੜੀ ਦਮਦਮੀ ਟਕਸਾਲ ਹੈ ਇਹ ਨਿਰਮਲਿਆਂ ਵਿੱਚੋਂ ਆਈ ਹੈ। ਇਹ ਗੁਰਮੁਖੋ ਅਕਿਰਤ ਕਣਾ ਵਾਲੀ ਗੱਲ ਹੈ, ਸਰਾਸਰ ਝੂਠ ਹੈ। ਭਾਵੇਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ
ਸਾਰੇ ਸਿੱਖ ਪੰਥ ਨੂੰ ਨਿਰਮਲ ਦਾ ਖਿਤਾਬ ਦਿੱਤਾ ਹੈ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਾਮ ਦਾ ਸਿੱਕਾ ਮਾਰ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਨਿਰਮਲ ਪੰਥ ਸਿੱਖ ਪੰਥ ਪ੍ਰਗਟ ਕੀਤਾ, ਚਲਾਉਣਾ ਕੀਤਾ। ਪਰ ਵਰਤਮਾਨ ਦੇ ਸਮੇਂ ਤੇ ਪਹਿਲਾਂ ਵੀ ਆਮ ਤੌਰ ਤੇ ਨਾਸਤਿਕ ਬਿਰਤੀ ਵਾਲੇ ਲੋਕ ਇਹ ਕਹਿੰਦੇ ਆ ਕਿ ਜਿਹੜੀ ਦਮਦਮੀ ਟਕਸਾਲ ਆ ਇਹ ਨਿਰਮਲਿਆਂ ਵਿੱਚੋਂ ਆਈ ਆ। ਗੁਰਮੁਖੋ, ਨਿਰਮਲ ਇੱਕ ਸਾਧੂ ਭੇਖ ਆ। ਦਮਦਮੀ ਟਕਸਾਲ ਕਲਗੀਧਰ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੋਂ ਚਲਾਈ ਸੀ, ਤਾਂ ਇਹਦਾ ਨਾਮ ਦਮਦਮੀ ਟਕਸਾਲ ਪਿਆ। ਦਮਦਮਾ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਕੰਠੋਂ ਗੁਰਬਾਣੀ ਉਚਾਰਨ ਕਰਕੇ ਇੱਕ ਓੰਕਾਰ ਤੋਂ 18 10 20 ਤੱਕ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕਰਕੇ ਬਾਬਾ ਦੀਪ ਸਿੰਘ ਜੀ ਜੋ ਕਿ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਏ ਆ, ਉਹ ਕਲਮਾਂ ਤੇ ਸ਼ਾਹੀ ਦਾ ਪ੍ਰਬੰਧ ਕਰਿਆ ਕਰਦੇ ਸਨ। ਗੁਰਬਾਣੀ ਸੰਪੂਰਨ ਹੋਣ ਤੋਂ ਬਾਅਦ ਕਲਗੀਧਰ ਪਾਤਸ਼ਾਹ ਜੀ ਨੇ ਪਹਿਲੇ ਮੁਖੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅੰਮ੍ਰਿਤ ਦੇ ਅਨੋਖੇ ਪੰਥ ਦੇ ਕੌਮ ਦੇ ਸ਼ਹੀਦ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਨੂੰ ਬਣਾਇਆ। ਭਾਰੀ ਗੁਰਸਿੱਖੀ ਦਾ ਪ੍ਰਚਾਰ ਕੀਤਾ। ਸਮਾਂ ਪੈਣ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਜੰਗ ਵੀ ਕੀਤੇ। ਸ਼੍ਰੀ ਹਰਿਮੰਦਰ ਸਾਹਿਬ ਰੱਖਦਿਆਂ ਸਿੱਖਾਂ ਨੂੰ ਸਿੰਘਾਂ ਨੂੰ ਨਾਲ ਲੈ ਕਰਕੇ ਬਾਬਾ ਦੀਪ ਸਿੰਘ ਜੀ ਨੇ ਖੰਡਾ ਖੜਕਾਇਆ, ਸ਼ਹੀਦੀ ਪ੍ਰਾਪਤ ਕੀਤੀ ਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਾਇਆ। ਅੱਜ ਵੀ ਤੇ ਉਦੋਂ ਵੀ ਦਮਦਮੀ ਟਕਸਾਲ ਆਪਣਾ ਫਰਜ਼ ਨਿਭਾਉਂਦੀ ਹੈ। ਗੁਰਸਿੱਖੀ ਦਾ ਪ੍ਰਚਾਰ ਕਰਨਾ, ਲੋੜ ਪੈਣ ਤੇ ਜਿੱਥੇ ਪੰਥ ਵਿਰੋਧੀ ਤੱਕ ਉਹਨਾਂ ਦਾ ਮੂੰਹ ਤੋੜਵਾ ਜਵਾਬ ਦੇਣਾ। ਗੁਰਮੁਖੋ, ਤਰਕਵਾਦੀ ਨੇ ਤਰਕ ਕਰਦੇ ਰਹਿਣਾ, ਆਪਾਂ ਇਹਨਾਂ ਗੱਲਾਂ ਵੱਲ ਖਿਆਲ ਨਹੀਂ ਕਰਨਾ। ਪ੍ਰਿਥੀ ਚੰਦ ਨੇ ਗੁਰੂ ਘਰ ਦੇ ਨਾਲ ਬਹੁਤ ਵਿਰੋਧ ਕੀਤਾ ਸੀ। ਇਹ ਦਮਦਮੀ ਟਕਸਾਲ ਇਹ ਕਿਸੇ ਬੰਦੇ ਤੋਂ ਜਾਂ ਸਾਧੂ ਮਹਾਤਮਾ ਤੋਂ ਪੈਦਾ ਨਹੀਂ ਹੋਈ। ਇਹ ਦੀਨ ਦੁਨੀਆ ਦੇ ਮਾਲਕ, ਅੰਮ੍ਰਿਤ ਦੇ ਦਾਤੇ, ਸਰਬੰਸ ਦਾਨੀ, ਖਾਲਸਾ ਪੰਥ ਨੂੰ ਪ੍ਰਗਟ ਕਰਨ ਵਾਲੇ ਅੰਮ੍ਰਿਤ ਦੇ ਦਾਤੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਚਲਾਈ ਹੈ। ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੀ ਰਚਨਾ ਦੇ ਵੀ ਬਚਨ ਆ। ਇਸੇ ਤਰ੍ਹਾਂ ਸੱਚਖੰਡ ਵਾਸੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖ, ਉਹਨਾਂ ਦੀ ਰਚਨਾ ਦੇ ਵੀ ਬਚਨ ਆ। ਗੁਰਮੁਖੋ, ਸਮਾਂ ਪੈਣ ਤੇ ਜਦੋਂ ਸਰਕਾਰ ਨੇ ਐਮਰਜੈਂਸੀ ਲਾਈ ਸੀ ਨਾ, ਉਦੋਂ ਕੌਮ ਦੀ ਅਗਵਾਈ ਤੇ ਐਮਰਜੈਂਸੀ ਦਾ ਵਿਰੋਧ ਕਿਹਨੇ ਕੀਤਾ ਸੀ? ਕੱਲੀ ਦਮਦਮੀ ਟਕਸਾਲ ਨੇ। ਜਥੇਬੰਦੀਆਂ ਸਾਰੀਆਂ ਸਤਿਕਾਰਯੋਗ ਆ, ਪਰ ਉੱਭਰ ਕੇ ਅੱਗੇ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖਾਂ ਨੇ 37 ਜਲੂਸ ਕੱਢੇ ਸਨ। ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਦੇ ਸੰਬੰਧ ਵਿੱਚ ਉਦੋਂ ਜਥੇਬੰਦੀਆਂ ਤੇ ਸੰਪਰਦਾਵਾਂ ਬੜੀਆਂ ਸਨ ਤੇ ਬੜੀਆਂ ਸਤਿਕਾਰਯੋਗ ਨੇ, ਪਰ ਜੇਕਰ ਐਮਰਜੈਂਸੀ ਦਾ ਵਿਰੋਧ ਕੀਤਾ
ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਤੇ ਕੇਵਲ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਉਹਨਾਂ ਨੇ ਕੀਤਾ ਸੀ। 37 ਜਲੂਸ ਕੱਢੇ ਸਨ। 36 ਪੰਜਾਬ ਦੀ ਧਰਤੀ ਤੇ 37ਵਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਰੰਭ ਕਰਕੇ ਤੇ ਸਮਾਪਤੀ ਕੀਤੀ ਸੀ ਦਿੱਲੀ ਵਿੱਚ, ਜਿੱਥੇ ਕਿ ਦਿੱਲੀ ਦੇ ਤਖਤ ਨੇ ਐਮਰਜੈਂਸੀ ਲਾਈ ਸੀ। ਉਸ ਹੁਕਮਰਾਨ ਦੇ ਘਰ ਵਿੱਚ ਜਾ ਕਰਕੇ ਸਮਾਪਤੀ ਕੀਤੀ, ਜਿੱਥੇ ਲੱਖਾਂ ਹਜ਼ਾਰਾਂ ਦਾ ਨਹੀਂ ਲੱਖਾਂ ਦਾ ਇਕੱਠ ਸੀ। ਐਮਰਜੈਂਸੀ ਗੁਰਮੁਖ ਹੁੰਦੀ ਆ, 4 ਬੰਦੇ ਵੀ ਇਕੱਠੇ ਹੋ ਕਰਕੇ ਆਪਣੀ ਕੋਈ ਗੱਲ ਜਾਂ ਰੋਸ ਮੁਜ਼ਾਹਰਾ ਨਹੀਂ ਕਰ ਸਕਦੇ। ਐਮਰਜੈਂਸੀ ਇੱਕ ਸਰਕਾਰ ਵੱਲੋਂ ਧਾਰਾ ਲਾਈ ਗਈ ਸੀ, ਪਰ ਜਿਹੜੇ ਉਹਨਾਂ ਨੇ ਜਲੂਸ ਕੱਢੇ, ਜਿਹੜੀਆਂ ਸੰਗਤਾਂ ਜਲੂਸ ਵਿੱਚ ਅਗਲੇ ਪਾਸੇ ਹੁੰਦੀਆਂ ਸੀ, ਉਹਨਾਂ ਨੂੰ ਪਿਛਲਿਆਂ ਦਾ ਪਤਾ ਨਹੀਂ ਸੀ ਵੀ ਕਿੱਥੇ, ਤੇ ਜਿਹੜੇ ਪਿਛਲੇ ਪਾਸੇ ਸਨ ਉਹਨਾਂ ਨੂੰ ਅਗਲਿਆਂ ਦਾ ਪਤਾ ਨਹੀਂ ਸੀ ਹੁੰਦਾ ਵੀ ਕਿੱਥੇ ਆ। ਪਰ 37ਵਾਂ ਜਲੂਸ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪ੍ਰਾਰੰਭ ਕਰਕੇ ਦੁਸਹਿਰਾ ਗਰਾਊਂਡ ਦੇ ਵਿੱਚ ਸਮਾਪਤੀ ਕੀਤੀ, ਜਿੱਥੇ ਲੱਖਾਂ ਦਾ ਇਕੱਠ ਸੀ। ਉਦੋਂ ਵੀ ਗੁਰਮੁਖੋ ਜਥੇਬੰਦੀਆਂ ਤੇ ਬਹੁਤ ਸਨ, ਸਾਰੀਆਂ ਸਤਿਕਾਰਯੋਗ ਆ, ਪਰ ਸਰਕਾਰ ਦਾ ਵਿਰੋਧ ਸਿੱਖ ਕੌਮ ਤੇ ਪੰਥ ਦੀ ਅਗਵਾਈ ਸਮੇਂ ਅਨੁਸਾਰ ਦਮਦਮੀ ਟਕਸਾਲ ਕਰਦੀ ਰਹੀ ਆ। ਫਿਰ ਜਦੋਂ 84 ਦਾ 78 ਦੀ ਵਿਸਾਖੀ ਦਾ ਕਾਂਡ ਵਾਪਰਿਆ, ਉਦੋਂ ਵੀ ਦਮਦਮੀ ਟਕਸਾਲ ਦੇ ਜਥੇ ਨੇ ਅਗਵਾਈ ਕੀਤੀ ਸੀ। ਪੰਥ ਦੇ ਆਪਾਂ ਸਾਰੇ ਉਮੀਦਵਾਰ ਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਦਿੱਤਾ ਪਖਾਨੇ ਆ ਕਿ ਇਹ ਦਮਦਮੀ ਟਕਸਾਲ ਦੀ ਕੱਲੀ ਦੀ ਜ਼ਿੰਮੇਵਾਰੀ ਸੀ ਕਿ ਨਰਕਧਾਰੀ ਨੂੰ ਰੋਕਣਾ। ਬਾਕੀ ਜਥੇਬੰਦੀਆਂ ਤੇ ਸੰਪਰਦਾਵਾਂ ਕਿੱਥੇ ਗਈਆਂ ਸਨ? ਗੁਰਮੁਖੋ ਨਹੀਂ, ਅਸੀਂ ਦਮਦਮੀ ਟਕਸਾਲ ਦੀ ਵਿਦਿਆਰਥੀਆਂ ਤੇ ਵਿਦਿਆਰਥੀ ਰਵਾਂਗੇ। ਸਾਰੇ ਜਥੇਬੰਦੀਆਂ ਦਾ ਅਸੀਂ ਤਨੋ ਮਨੋ ਸਤਿਕਾਰ ਕਰਦੇ ਹਾਂ, ਪਰ ਜੇ ਕੋਈ ਇੱਕਾ ਦੁੱਕਾ ਉੱਠ ਕਰਕੇ ਕਵੇ ਕਿ ਇਹ ਦਮਦਮੀ ਟਣਿਆਂ ਦੀ ਪਦੈਸ਼ ਹੈ, ਗੁਰਮੁਖੋ ਕਦੇ ਵਾਸਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਤਿਕਾਰ ਸਾਰਿਆਂ ਦਾ ਕਰਦੇ ਆ ਤੇ ਕਰਦੇ ਰਵਾਂਗੇ, ਪਰ ਜੇ ਕੋਈ ਬੰਦਾ ਆਪਣੀ ਹਉਮੈ ਨੂੰ ਪੱਠੇ ਪਾਉਣ ਦਾ ਯਤਨ ਕਰੇ ਤੇ ਗੁਰਮੁਖੋ ਅਸੀਂ ਉਹਦਾ ਲਿਹਾਜ਼ ਵੀ ਨਹੀਂ ਕਰਾਂਗੇ। ਮਾਤਾ ਕਿਸੇ ਦੇ ਮਨ ਵਿੱਚ ਇਹ ਹੋਵੇ ਕਿ ਸਾਨੂੰ ਕਿਸੇ ਨੇ ਰੋਕਣਾ ਨਹੀਂ, ਸਾਨੂੰ ਕਿਸੇ ਨੇ ਟੋਕਣਾ ਨਹੀਂ, ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਗੁਰਮੁਖੋ ਅਸੀਂ ਪੁੱਛਾਂਗੇ ਵੀ ਜ਼ਰੂਰ, ਰੋਕਾਂਗੇ ਵੀ ਜ਼ਰੂਰ, ਟੋਕਾਂਗੇ ਵੀ ਜ਼ਰੂਰ। ਮਾਤਾ ਕਿਸੇ ਦੇ ਮਨ ਵਿੱਚ ਘੁਮੰਡ ਹੋਵੇ, 4 ਅੱਖਰ ਸਿੱਖ ਕਰਕੇ ਤੇ ਵਿਦਵਾਨ ਬਣ ਜਾਵੇ, ਸਟੇਜਾਂ ਤੇ ਲੋਕਾਂ ਵਿੱਚ ਇਹ ਪ੍ਰਚਾਰ ਕਰਨ ਦਾ ਯਤਨ ਕਰੇ ਕਿ ਦਮਦਮੀ ਟਕਸਾਲ ਤੇ ਨਿਰਮਲਿਆਂ ਵਿੱਚੋਂ ਆਈ। ਗੁਰਮੁਖੋ ਦਮਦਮੀ ਟਕਸਾਲ ਵਰਤਮਾਨ ਸਮੇਂ ਦੇ ਵਿੱਚ ਵੀ, ਬੀਤੇ ਸਮੇਂ ਵਿੱਚ ਵੀ, ਜਿੰਨਾ ਚਿਰ ਧਰਤੀ ਚੰਦ ਸੂਰਜ ਤੇ ਸਿਤਾਰੇ ਰਹਿਣਗੇ, ਇਹ ਕਿਸੇ ਬੰਦੇ ਦੀ ਬਣਾਈ ਜਥੇਬੰਦੀ ਨਹੀਂ, ਇਹ ਕਿਸੇ ਬੰਦੇ ਦੀ ਪਦਾਇਸ਼ ਨਹੀਂ। ਇਹ ਤਿੰਨਾਂ ਲੋਕਾਂ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ। ਤੇ ਮੈਂ ਬੇਨਤੀ ਕਰਕੇ ਪੁੱਛਦਾ ਵੀ ਆ, 2015 ਤੋਂ ਲੈ ਕਰਕੇ ਅਜੇ ਵੀ ਥਾਵਾਂ ਤੇ ਵਿਰੋਧੀਆਂ ਵੱਲੋਂ, ਨਾਸਤਿਕ ਲੋਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਨਰਾਦਰੀ ਹੁੰਦੀ ਆ। ਦੱਸੋ ਕਿਹੜੀ ਸੰਪਰਦਾ, ਕਿਹੜੀ ਜਥੇਬੰਦੀ ਨੇ ਜਾ ਕਰਕੇ ਉੱਥੇ ਪੁੱਛਿਆ? ਪਰ ਅੱਜ ਵੀ ਮਾਣ ਨਹੀਂ, ਹੰਕਾਰ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਦਮਦਮੀ ਟਕਸਾਲ ਦੇ ਵਿਦਿਆਰਥੀ ਅਸੀਂ ਇਹ ਨਹੀਂ ਸੋਚਦੇ ਕਿ ਬੇਅਦਬੀ ਹੋਵੇ, ਸਾਡੇ ਮਨ ਦੇ ਵਿੱਚ ਦੁੱਖ ਵੀ ਆ, ਅਫਸੋਸ ਵੀ ਆ। ਜਿਸ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕਰਕੇ ਕਲਗੀਧਰ ਪਾਤਸ਼ਾਹ ਤੱਕ ਸਤਿਗੁਰੂ ਸਾਹਿਬ ਜੀ ਨੇ
हर एक वर्ग नूं आजादी दा निक दिता, हर एक वर्ग दी आजादी दी गल कीती है, पर उन्हां सतगुरु सच्चे पातशाह दा पावन स्वरूप गुरता गद्दी ते विराजमान धन सतगुरु श्री गुरु ग्रंथ साहिब जी महाराज सच्चे पातशाह दी बेअदबी हुंदी आ ते कौन जांदा है ना तां गुरमुखो सेंटर दी सरकार ते ना सूबा सरकार। अज तो 15-20 दिन पहला गुरबाणी दी पोथियां दी नरादरी हुई किथे? श्री अमृतसर साहिब दी धरती ते। उत्थे आया कौन? चंद गिणती दे सिंह। अमृतसर दी धरती होए, पंजाब दा सेंटर ते संप्रदावां बहुत ने इस पंजाब दी धरती ते। मैं पुछदा भी केड़ी संप्रदा उत्थे पता लैण वास्ते आई आ? गुरबाणी दी सैंचियां पोथियां दी नरादरी किवें होई आ? गुरमुखो कोई नहीं आया। दावे हर एक करदा है, हर एक संप्रदा दा मुखी दावा करदा कि मैं ब्रह्म ज्ञानी आ। ब्रह्म ज्ञान तो थल्ले कोई भी नहीं आउंदा। हर एक संप्रदा दा सिंह दावा करदा कि मेरे वर्गा दुनिया ते पंथ विच विद्वान नहीं। गुरमुखो तुहानू मुबारक आ। जुग जुग विद्या पढ़ो, अपनी विद्या दा प्रचार ते प्रसार करो, तुहानू कोई नहीं रोकदा। पर जिथे गुरु ग्रंथ साहिब सच्चे पातशाह दी नरादरी हुंदी आ, तुहाडे मूंह नूं जिंदरे क्यों वजदे आ? तुहाडीआं लत्तां क्यों टुट जांदियां उस जगह ते आउण वास्ते? तुहाडे मूंह विच की पै जांदा? बोलदे क्यों नहीं? आउंदे क्यों नहीं? आ करके कदे तुसीं पुछिआ? गुरमुखो नहीं, असीं किसे दे विरोधी भी नहीं, पर ये कहण तो कदे गरेज भी नहीं करांगे। लाखां करोड़ां अरबां दीआं जायदादां असीं गुरु ग्रंथ साहिब जी दे नां ते बनाईआं। गुरु ग्रंथ साहिब जी दे नां ते साडे डेरे चलदे आ। गुरु ग्रंथ साहिब जी दे नां ते साडीआं जथेबंदियां ते संप्रदावां चलदियां। पर जदों गुरबाणी दी नरादरी हुंदी है तां मौत क्यों पैंदी आ? आउंदे क्यों नहीं तुसीं? बीते दिनी फिर भेवे दे कोले श्री गुरु ग्रंथ साहिब जी महाराज सच्चे पातशाह दे पावन स्वरूप दे 19 अंग किसे ने पाड़ते आ। 3 स्वरूप सचखंड तख्त तो चुक करके थल्ले सुट्टे गए आ। दरबार दे विच आटा खिलारिया, सारा समान खिलार दिता। ते गुरमुखो केड़ी निहंग सिंह जथेबंदी जां केड़ी संप्रदा उत्थे पता लैण वास्ते गई? कौन गया उत्थे? जाना नहीं। गल्लां दे कड़ा ते गुरमुखो असीं सारे करन जाणदे आ। गल्लां स्टेजां ते ज्ञान दी असीं सारे करन जाणदे आ कि साडी जथेबंदी श्रोमणी आ, साडी जी पुरानी जथेबंदी आ। साडे जथेबंदी विचों सारियां जथेबंदियां पैदा होईयां। गुरमुखो तुहानू मुबारक आ। पर मैं बेनती करदा, गुरु ग्रंथ साहिब जी महाराज सच्चे पातशाह कल्ले सिखां दे नहीं, ये समुची लकाई दे गुरु आ। पर जिथे बेअदबी हुंदी आ असीं जांदे क्यों नहीं? जाके कदी किसी ने पुछिआ कि बेअदबी क्यों होई, किने कीती आ, इहदा कारण की आ, इहदी कार्रवाई की होई आ? गुरमुखो असीं कदे जाना समझिआ नहीं। संप्रदा जथेबंदी दा कोई सिंह चढ़ाई कर जावे, ਉਹਦੇ ਸੰਸਕਾਰ ਤੇ ਦਸ਼ਹਿਰੇ ਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ। ਹੋਣਾ ਚਾਹੀਦਾ ਇੱਕ ਦੂਜੇ ਜਥੇਬੰਦੀ ਨਾਲ ਪ੍ਰੇਮ ਭਾਵਨਾ ਰੱਖਣੀ ਚਾਹੀਦੀ ਆ। ਇੱਕ ਦੂਜੀ ਜਥੇਬੰਦੀ ਦਾ ਸਹਿਯੋਗ ਵੀ ਕਰਨਾ ਚਾਹੀਦਾ। ਸੰਸਕਾਰ ਤੇ ਅਸੀਂ ਜ਼ਰੂਰ ਪਹੁੰਚਦੇ ਆ। ਜਿਹੜਾ ਸੰਸਕਾਰ ਤੇ ਨਾ ਜਾਵੇ ਅਸੀਂ ਦਸ਼ਹਿਰੇ ਦੀ ਰਸਮ ਤੇ ਜ਼ਰੂਰ ਪਹੁੰਚਦੇ ਆ। पर श्री गुरु ग्रंथ साहिब जी महाराज सच्चे पातशाह दी नरादरी हुंदी आ। कौन गया? कोई नहीं गया। अज तो थोड़ा समा पहला तरनताਰਨ साहिब दी धरती तो 5 किलोमीटर दूर ते श्री गुरु ग्रंथ साहिब जी महाराज सच्चे पातशाह अगन भेंट हो गए। 5 किलोमीटर ते कार सेवा डेरा तरनताਰਨ बाबे जगतार सिंह हुणियां नहीं गए।
ਖਡੂਰ ਸਾਹਿਬ ਤੇ ਕਾਰ ਸੇਵਾ ਵਾਲੇ ਬਾਬੇ ਸੇਵਾ ਸਿੰਘ ਨਹੀਂ ਆ, ਗੁਰਮੁਖੋ ਨਹੀਂ ਆਏ। ਆਸੇ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਦੇ ਪੜਾ ਛਾਉਣੀਆਂ ਨੇ, ਗੁਰਮੁਖੋ ਕੋਈ ਨਿਹੰਗ ਸਿੰਘ ਵੀ ਨਹੀਂ ਆਇਆ। ਕੀ ਗੁਰੂ ਨਾਲ ਅਸੀਂ ਕਹਿ ਸਕਦੇ ਕਿ ਸਾਡਾ ਪਿਆਰ ਆ? ਅਸੀਂ ਦਾਅਵਾ ਕਰ ਸਕਦੇ ਆ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ। ਗੁਰਮੁਖੋ ਜੇਕਰ ਸਾਡੇ ਗੁਰੂ ਹੁੰਦੇ ਅਸੀਂ ਜ਼ਰੂਰ ਜਾਂਦੇ। ਅਸੀਂ ਤੇ ਗੁਰੂ ਨੂੰ ਦੋ ਕੰਮਾਂ ਵਾਸਤੇ ਰੱਖਿਆ। ਕਾਹਦੇ ਵਾਸਤੇ? ਖੁਸ਼ੀ ਤੇ ਗਮ ਹੀ। ਖੁਸ਼ੀ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾਂ ਨਹੀਂ ਮਨਾਈ ਜਾਂਦੀ, ਤੇ ਗਮੀ ਵੀ ਅੰਤਮ ਕਿਰਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾਂ ਨਹੀਂ ਸੋਗ ਭੋਗ ਨਹੀਂ ਪਾਇਆ ਜਾਂਦਾ, ਅੰਤਮ ਕਿਰਿਆ ਨਹੀਂ ਮਨਾਈ ਜਾਂਦੀ। ਤੇ ਤੀਜਾ ਸਾਡਾ ਕੰਮ ਕੀ ਆ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਸੀਂ ਕਮਾਈ ਦਾ ਸਾਧਨ ਬਣਾਇਆ। ਇਹਨਾਂ ਤਿੰਨਾਂ ਕੰਮਾਂ ਤੋਂ ਵੱਧ ਸਾਡੇ ਕੋਲੇ ਕੋਈ ਵੀ ਨਹੀਂ। ਜਿਹੜਾ ਸਤਿਕਾਰ ਤੇ ਪ੍ਰੇਮ ਸੀ ਗੁਰੂ ਦਾ, ਸਾਡੇ ਹਿਰਦੇ ਵਿੱਚੋਂ ਗੁਰਮੁਖੋ ਖੰਭ ਲਾ ਕੇ ਉੱਡ ਗਿਆ। ਆਪੋ ਆਪਣੇ ਡੇਰੇ ਚਲਾਉਣ ਤੱਕ ਅਸੀਂ ਸੀਮਤ ਰਹਿ ਗਏ ਹਾਂ। ਕੌਣ ਬੇਅਦਬੀ ਕਰਦਾ, ਪਿੱਛੋਂ ਆਉਂਦਾ, ਕੌਣ ਕਰਾਉਂਦਾ? ਗੁਰਮੁਖੋ ਕਦੀ ਅਸੀਂ ਪੁੱਛਿਆ ਤੱਕ ਨਹੀਂ। ਹਰਮੰਦਰ ਸਾਹਿਬ ਦੇ ਅੰਦਰ ਪੀੜੇ ਸਾਹਿਬ ਤੇ ਮਨੁੱਖ ਇੱਕ ਬਹਿ ਗਿਆ। ਅੱਜ ਤੋਂ ਕੋਈ 8-9 ਸਾਲ ਪੁਰਾਣੀ ਗੱਲ ਆ। ਕਿਹੜੀ ਸੰਪਰਦਾਵਾ ਆਈ ਸੀ? ਅਸੀਂ ਉਵੇਂ ਤੇ ਕਹਿ ਦਿੰਨੇ ਆ ਕਿ ਹਰਮੰਦਰ ਸਾਹਿਬ ਸਾਡੀ ਜਿੰਦ ਜਾਣਿਆ। ਅਸੀਂ ਸਾਰੀਆਂ ਜਥੇਬੰਦੀਆਂ ਕੋਲੇ ਗਏ, ਸਾਰਿਆਂ ਨਾਲ ਸੰਪਰਕ ਵੀ ਕੀਤਾ। ਗੁਰਮੁਖੋ ਆਓ ਆਪਾਂ ਪੁੱਛੀਏ ਸਰਕਾਰ ਤੋਂ ਵੀ ਇਹ ਬੰਦਾ ਕੌਣ ਆ, ਕਿਵੇਂ ਬੈਠਾ? ਗੁਰਮੁਖੋ ਕੋਈ ਜਥੇਬੰਦੀ ਵੀ ਨਹੀਂ ਆਈ। ਸ੍ਰੀ ਅਕਾਲ ਤਖਤ ਸਾਹਿਬ ਤੇ ਕਿਸੇ ਨਾਸਤਿਕ ਬਿਰਤੀ ਵਾਲੇ ਮਨੁੱਖ ਨੇ ਕੈਮੀਕਲ ਪਾ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਸਰੂਪ ਤੇ। ਕੋਈ ਜਥੇਬੰਦੀ ਨਹੀਂ ਆਈ। ਇੱਕ ਨਹੀਂ, ਅਨੇਕਾਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਨਿਰਾਦਰੀ ਹੁੰਦੀ ਸੀ, ਹੁਣ ਵੀ ਹੁੰਦੀ ਆ। ਕਹਿ ਦਿੰਨੇ ਆ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਪਰ ਜੇਕਰ ਸਾਡਾ ਹੁੰਦਾ ਤੇ ਸਾਨੂੰ ਦੁੱਖ ਹੁੰਦਾ। ਜਿਸ ਬੰਦੇ ਨੂੰ ਦੁੱਖ ਹੁੰਦਾ ਉਹ ਦੁੱਖ ਯਾਰ ਕਰਨ ਵਾਸਤੇ, ਦੁੱਖ ਮਨਾਉਣ ਵਾਸਤੇ ਦੁਖੀ ਹਿਰਦੇ ਦੇ ਨਾਲ ਉੱਥੇ ਪਹੁੰਚਦਾ। ਅਸੀਂ ਦਾਅਵੇ ਜ਼ਰੂਰ ਕਰਦੇ ਹਾਂ ਕਿ ਸਾਡੀ ਜਥੇਬੰਦੀ ਸਾਰਿਆਂ ਤੋਂ ਸ਼੍ਰੋਮਣੀ ਆ। ਸਾਡੀ ਜਥੇਬੰਦੀ ਬਹੁਤ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੀ ਆ। ਪਰ ਗੁਰਮੁਖੋ ਇਹ ਅਸੀਂ ਬੋਲਣ ਤੱਕ, ਸਟੇਜਾਂ ਤੱਕ ਸੀਮਤ ਰਹਿ ਗਏ ਹਾਂ। ਪਰ ਮਾਤਾ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਹੋਵੇ ਕਿ ਦਮਦਮੀ ਟਕਸਾਲ ਨਿਰਮਲਿਆਂ ਵਿੱਚੋਂ ਆਈ ਆ, ਇਹ ਸਰਾਸਰ ਗੁਰਮੁਖੋ ਕੋਰਾ ਤੇ 100% ਝੂਠ ਆ। ਦਮਦਮੀ ਟਕਸਾਲ ਕਲਗੀਧਰ ਪਾਤਸ਼ਾਹ ਨੇ ਆਪ ਚਲਾਈ ਸੀ। ਇਹਦੀ ਅਗਵਾਈ ਕਲਗੀਧਰ ਪਾਤਸ਼ਾਹ ਸਰਬੰਸ ਸਦਾਨੀ ਆਪ ਕਰਦੇ ਆ ਤੇ ਜੁਗਾਂ ਜਗੰਤਰਾਂ ਤੱਕ ਕਰਦੇ ਰਹਿਣਗੇ। ਦੁਨੀਆ ਦੀ ਤਾਕਤ ਇਸ ਜਥੇਬੰਦੀ ਨੂੰ ਡਰਾ ਨਹੀਂ ਸਕੀ। ਦੁਨੀਆ ਦੀ ਤਾਕਤ ਦਮਦਮੀ ਟਕਸਾਲ ਦੇ ਮੁਖੀ ਨੂੰ, ਮੈਂ ਵਿਦਿਆਰਥੀਆਂ ਦੀ ਨਹੀਂ ਗੱਲ ਕਰਦਾ, ਮੈਂ ਮੁਖੀ ਦੀ ਗੱਲ ਕਰਦਾ, ਤੇ ਮੁਖੀ ਨੂੰ ਖਰੀਦ ਨਹੀਂ ਸਕੇ। ਸੱਚੇ ਪਾਤਸ਼ਾਹ ਰਹਿਮਤ ਕਰਨ। ਜਿਹੜੇ ਸਾਡੇ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸ਼ੰਕੇ ਪਏ ਆ, ਸੱਚੇ ਪਾਤਸ਼ਾਹ ਦਇਆ ਦ੍ਰਿਸ਼ਟੀ ਕਰਕੇ ਉਹ ਆਪ ਹੀ ਸ਼ੰਕਿਆਂ ਦੀ ਨਿਵਰਤੀ ਕਰਨ। ਸਾਡਾ ਜਿਹੜੀ ਮੱਤ ਤੇ ਪਰਦਾ ਪਿਆ, ਕਿਰਪਾ ਦ੍ਰਿਸ਼ਟੀ ਕਰਕੇ ਉਸ ਪਰਦੇ ਨੂੰ ਲਾਉਣ ਦਾ ਆਪਾਂ ਯਤਨ ਕਰੀਏ। ਆਓ ਹੁਣ ਕੁਝ ਸਮੇਂ ਵਾਸਤੇ ਪਾਵਨ ਗੁਰਬਾਣੀ ਦੀ ਜਿਹੜੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਮਨ ਚਿੱਤ ਬਿਰਤੀ ਨੂੰ ਕਾਗਰ ਕਰਕੇ ਸਰਵਣ ਕਰਕੇ ਹੋਰ ਵੀ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਤ ਪਹਾਰਾ ਧੀਰਜ ਸੁਨਿਆਰ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਪਾਸ ਸਿੱਧਾ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਇੱਕ ਰਸਤਾ ਬਹੁਤ ਜ਼ਿਆਦਾ ਕਠਿਨ ਦੱਸਿਆ, ਪਰ ਇਹ ਪ੍ਰਾਪਤ ਕਿਵੇਂ ਹੁੰਦਾ? ਸਾਨੂੰ ਕਿਰਪਾ ਦ੍ਰਿਸ਼ਟੀ ਕਰਕੇ ਉਦਾਹਰਣ ਦੇ ਕਰਕੇ ਦੱਸਣਾ ਕਰੋ। ਤੇ ਸੱਚੇ ਪਾਤਸ਼ਾਹ ਨੇ ਸਿੱਧਾਂ ਦੀ ਬੇਨਤੀ ਨੂੰ ਸੁਣ ਕਰਕੇ ਸਮੁੱਚੀ ਲਕਾਈ ਦੇ ਭਲੇ ਵਾਸਤੇ, ਸਰਬੱਤ ਦੇ ਭਲੇ ਵਾਸਤੇ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੀ 88ਵੀਂ ਪੌੜੀ ਉਚਾਰਨ ਕਰਦੇ ਆ ਕਿ ਸਿੱਧ ਲੋਕੋ,
जिस तरह कि तुसीं जात सात विच रहने हो, ये जिहड़ा पाठ आ ये अधक ला के नहीं बोलना, जत नहीं करना, जात पोला जिहा। ये दमदमी टकसाल जां जथेबंदियां दे पाठां दे भेद दसे जांदे ते उचारण दस्सिया जांदा है। इस पाठ नूं जत करना ते अधक ला करके जत नहीं करना। जत गुरमुखो पशुआं दी हुंदी है। जत जिहड़ा अपनियां इंद्रियां दा दमन करना, अपने नेत्रां दे नाल पराया तन ते पराया धन नहीं देखना। सच्चे पातशाह ने सुनियारे की उदाहरण दे करके सिद्ध लोगों को संबोधन करके वचन कीते है कि जिस तरह जात पहाड़ा, जात पतंगी रहना, देख पराइयां चंगियां मावा भैणा धियां जाना, एका नारी जती होए पर नारी ती पैण विखाना। जदों दमदमी टकसाल दे पहले मुखी बाबा दीप सिंह जी सन, हिंदुस्तान दियां 20,000 नौजवान इस्त्रियां नूं मुगल पठान बन के ले जांदे सन। गुरमुखों सारियां नूं छड़ाया, पर अपने मुंह दे नाल ये गल्लां कहंदियां सन कि साडे घर वाले, साडे माता पिता साडी इज्जत दी रखवाली नहीं कर सके। ਸਿੰਘੋ साडी ख्वाहिश है, साडी मन दी इच्छा है, साडे नाल तुसी आनंद कारज करो ते अपनियां घर वालियां सानू बना करके अपने कोले रखो। पर ਸਿੰਘਾਂ ने अपना धर्म निभाया सी कि नहीं बीबी, साडा धर्म नहीं। जेकर असीं तुहानू मुगलां दी चुंगल विचों कब्जे विचों छड़ाया है, साडी जिम्मेवारी है कि तुहाडे घरों घरी पहुंचा के आउणा। उन्हां दे कहण ते भी कि जिहड़े साडे पति भैण भरा साडी इज्जत दी रखवाली नहीं कर सके ते दोबारा फिर साडे नाल इह धक्का हो सकदा है। गुरमुखो नहीं, सिखां ने कदे अपने मन नूं डलाया नहीं। एक चंबे दा राजा सी ते ओदी बेटी बहुत ज्यादा सुंदर सी। सारे ਸਿੰਘਾਂ ने जथेबंदी दे ਸਿੰਘਾਂ ने मता कीता कि इस चंबे दे राजे दी जिहड़ी लड़की है इहनूं बाबा दीप सिंह जी खुद आप छड्ड के आउणगे। गुरमुखो छड्ड करके जदों वापस मुड़े सन, ਸਿੰਘਾਂ ने बेनती करके पूछया सी कि बाबा जी तुसीं चंबे दे राजे दी लड़की नूं छड्डण वास्ते गए, की तुहाडा मन देख करके डोलिया नहीं, ललचाया नहीं? ते अगों बाबे दीप सिंह उन्होंने वचन कीता सी कि ਸਿੰਘੋ साडा मन वेला ही नहीं होया। जदों बंदे दा मन वेला हुंदा उदों मन चंचल हुंदा। सचखंड वासी दमदमी टकसाल दे 13वें मुखी कहनी कचनी ते करनी दे पूरे संत ज्ञानी करतार सिंह महापुरखां दी रसना दे वचन आ कि बाबा दीप सिंह जी रोजाना 110 पाठ जपजी साहिब दे करया करदे सन। जिस मनुख ने रोजाना 110 पाठ जपजी साहिब दे करने, गुरमुखों दा मन वेला किवें होगा? ओदा मन डोलूगा किवें? गुरमुखो ओदा ते बाणी ते पढ़न तो पासे टाइम ही नहीं लगना। कहण लगे ਸਿੰਘੋ असी बाणी इन्नी पढ़दे आ कि साडा मन वेला नहीं हुंदा। जे मन वेला होवे ते आसे पासे जा करके चंचलताई दा सुभाव अपनाउंदा है। साडा ख्याल ही नहीं इधर आया, साडा नितनेम ही नहीं मुक्या। असी सवेर तो लै करके ते शाम तक बाणी पढ़दे रहंदे, साडे मन दे विच इहो जिहा भैड़ा पुरना नहीं आया। ते गुरमुखो जिहड़ा सिख हुंदा ਉਹ ਸਿਧਾਂਤ ਨੂੰ ਅਪਣਾਉਂਦਾ ਹੈ। जिस तरह के जिहड़े साधु महात्मा लोग आ वो लंगोटा बनते आ, लंगोटा बन करके ते जात सात विचों पक्के रहिंदे परपक रहिंदे आ। ते कलगीधर पातशाह गुरु नानक देव सच्चे पातशाह ने आपां नूं की दिता? जात सात विच पक्के रहण वास्ते एक शहरा दिता है। कलगीधर पातशाह जी दे बचन आना सील जत की कश पहर,
ਪਕੜਿਓ ਹਥਿਆਰਾ। ਅਸੀਂ ਆ ਲੰਗੋਟਾ ਨਹੀਂ ਆਪਣੇ ਸਿੱਖ ਨੂੰ ਦੇਣਾ, ਅਸੀਂ ਆਪਣੇ ਸਿੱਖ ਨੂੰ ਕਸ਼ਹਿਰਾ ਦੇਣਾ ਹੈ। ਗੁਰਮੁਖੋ ਜੰਮਦਿਆਂ ਤੇ ਮਰਦਿਆਂ ਦਾ ਪੜਦਾ ਵੀ ਆ। ਕੱਲਾ ਲੰਗੋਟਾ ਬੰਨ ਕਰਕੇ ਗੁਰਮੁਖੋ ਕੋਈ ਨਗਰ ਵਿੱਚ ਨਹੀਂ ਫਿਰ ਸਕਦਾ। ਆਮ ਤੌਰ ਤੇ ਆਪਾਂ ਕਿਸੇ ਦੇ ਉੱਪਰ ਕਿੰਤੂ ਨਹੀਂ ਕਰਦੇ, ਪਰ ਉਹਨਾਂ ਦਾ ਮਤ ਉਹਨਾਂ ਨੂੰ ਮਾਰ ਗਿਆ। ਪਰ ਕਲਗੀਧਰ ਪਾਤਸ਼ਾਹ ਨੇ ਸਾਨੂੰ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੇ ਭੈਣ ਵਿਖਾਣਾ। ਤੇ ਕਲਗੀਧਰ ਪਾਤਸ਼ਾਹ ਨੇ 405 ਚਰਿਤਰਾਂ ਦਾ ਵਰਣਨ ਸ਼੍ਰੀ ਦਸ਼ਮ ਗ੍ਰੰਥ ਦੀ ਪਾਵਨ ਗੁਰਬਾਣੀ ਅੰਦਰ ਇਸੇ ਕਰਕੇ ਕੀਤਾ ਕਿ ਇਸਤਰੀ ਦੇ ਚਰਿੱਤਰ ਹੁੰਦੇ ਆ ਤਰੀਕਾ ਅਪਣਾ ਕਰਕੇ ਮਨੁੱਖ ਨੂੰ ਆਪਣੇ ਜੱਤ ਤੋਂ ਡਲਾਉਣ ਦਾ, ਡੇਗਣ ਦਾ ਹਰ ਇੱਕ ਯਤਨ ਕਰਦੀਆਂ। ਤੇ ਜਿਸ ਬੰਦੇ ਨੇ ਗੁਰਮੁਖੋ ਚਰਿੱਤਰ ਪੜਿਆ ਉਹ ਬੰਦਾ ਕਦੇ ਵਾਸਤੇ ਇਸਤਰੀ ਦੇ ਚਰਿੱਤਰਾਂ ਵਿੱਚ ਨਹੀਂ ਫਸੇਗਾ। ਇਹ ਸੱਚੇ ਪਾਤਸ਼ਾਹ ਨੇ ਸਾਨੂੰ ਸੰਵਿਧਾਨ ਦੱਸਿਆ ਕਿ ਖਾਲਸੇ ਦਾ ਆ ਸੰਵਿਧਾਨ ਆ। ਜਿਸ ਤਰ੍ਹਾਂ ਕਿ ਹਿੰਦੂ ਮਤ ਦਾ ਸੰਵਿਧਾਨ, ਈਸਾਈਆਂ ਦਾ ਆਪਣਾ ਮਤ ਆ, ਇਸੇ ਤਰ੍ਹਾਂ ਮੁਸਲਮਾਨਾਂ ਦਾ ਗੁਰਮੁਖੋ ਆਪਣਾ ਮਤ ਆ। ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਇਹ ਸ਼੍ਰੀ ਦਸ਼ਮ ਗ੍ਰੰਥ ਦੀ ਪਾਵਨ ਗੁਰਬਾਣੀ ਇਹ ਸੰਵਿਧਾਨ ਦਿੱਤਾ। ਦੇਸ਼ਾਂ ਦਾ ਵੱਖਰਾ ਵੱਖਰਾ ਸੰਵਿਧਾਨ ਹੁੰਦਾ, ਇਸੇ ਤਰ੍ਹਾਂ ਖਾਲਸੇ ਪੰਥ ਦਾ ਵੀ ਆਪਣਾ ਵੱਖਰਾ ਸੰਵਿਧਾਨ ਆ। ਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਵਚਨ ਕਰਦੇ, ਜਤ ਪਹਾਰਾ। ਤੇ ਪਹਾਰਾ ਨਾਮ ਹੈ ਭੱਠੀ ਦਾ। ਭੱਠੀ ਦੇ ਵਿੱਚ ਜਿਸ ਤਰ੍ਹਾਂ ਕਿ ਸੋਨੇ ਨੂੰ ਢਾਲਿਆ ਜਾਂਦਾ ਤੇ ਤਪਾਇਆ ਜਾਂਦਾ, ਸਿੱਖ ਨੇ ਤਪ ਕੀ ਕਰਨਾ, ਹਿੰਦੂ ਮਤ ਦੀ ਕ੍ਰਿਤੀ ਆ। ਜਦੋਂ ਗਰਮੀਆਂ ਆਉਂਦੀਆਂ ਉਹ ਧੂਣੀਆਂ ਤਪਾ ਕਰਕੇ ਧੂਣੀਆਂ ਦਾ ਤਪ ਕਰਦੇ ਆ, ਆਪਣੇ ਸਰੀਰ ਨੂੰ ਕਸ਼ਟ ਦਿੰਦੇ ਆ, ਆਪਣੇ ਮਨ ਨੂੰ ਵਾਸਨਾ ਤੋਂ ਰੋਕਣ ਦਾ ਯਤਨ ਕਰਦੇ ਆ। ਜਦੋਂ ਸਿਆਲ ਆਉਂਦਾ, ਸਿਆਲ ਦੀ ਰੁੱਤ ਦੇ ਵਿੱਚ ਗੁਰਮੁਖੋ ਜਲ ਧਾਰੇ ਕਰਦੇ ਆ। ਸਿੱਖ ਨੇ ਧੂਣੀਆਂ ਦਾ ਤਪ ਵੀ ਨਹੀਂ ਕਰਨਾ, ਜਲ ਧਾਰੇ ਵੀ ਨਹੀਂ ਕਰਨੇ। ਜਾਂ ਫਿਰ ਉਹਨਾਂ ਦਾ ਮਤ ਹੈ ਪਰਿਵਾਰ ਸੰਸਾਰ ਕਰਕੇ ਤੇ ਵਨਪ੍ਰਸਤੀ ਹੋ ਜਾਣਾ, ਸੰਸਾਰ ਦੇ ਨਾਲੋਂ ਆਪਣਾ ਨਾਤਾ ਤੋੜ ਲੈਣਾ, ਜੰਗਲਾਂ ਵਿੱਚ ਰਹਿਣਾ, ਧੂਣੀਆਂ ਤਪਾਉਣੀਆਂ, ਡਿੱਗੇ ਹੋਏ ਫਲਾਂ ਦੇ, ਡਿੱਗੇ ਹੋਏ ਦਰਖਤਾਂ ਦੇ ਫਾੜ ਫੁੱਲ ਤੇ ਪੱਤੇ ਚੁੱਕ ਕਰਕੇ ਆਪਣੇ ਪੇਟ ਦੀ ਪੂਰਤੀ ਕਰਨੀ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨਾਂ ਗ੍ਰਹਿ ਤਾਜ ਬਾਨ ਖਣ ਜਾਈਐ, ਚੁਣ ਖਾਈਐ ਕੰਦਾ, ਆਜੋ ਬੇਕਾਰ ਨਾ ਛੋੜਾਈ ਪਾਪੀ ਮਨ ਮੰਦਾ। ਗੁਰਮੁਖੋ ਘਰ ਵੀ ਛੱਡ ਦਿੱਤਾ, ਪਰਿਵਾਰ ਵੀ ਛੱਡ ਦਿੱਤਾ, ਸੰਸਾਰ ਵੀ ਛੱਡ ਦਿੱਤਾ, ਜੰਗਲਾਂ ਵਿੱਚ ਰਹਿਣ ਲੱਗ ਪਏ। ਦਰਖਤਾਂ ਦੇ ਫਲ ਫੁੱਲ ਤੇ ਪੱਤੇ ਜਿਹੜੇ ਡਿੱਗੇ ਆ ਨਾ ਉਹ ਤੋੜ ਕੇ ਖਾਣੇ। ਪਰ ਗੁਰਮੁਖੋ ਮਨ ਸਾਫ਼ ਕਰਨ ਵਾਸਤੇ, ਮਨ ਨੂੰ ਟਿਕਾਉਣ ਵਾਸਤੇ ਗਏ ਸੀ ਤੇ ਅਜੇ ਵੀ ਮਨ ਦੇ ਵਿੱਚੋਂ ਮਕਾਰ ਨਹੀਂ ਜਾਂਦੇ। ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਸਮੁੱਚੀ ਲਕਾਈ ਨੂੰ ਸਮਝਾਉਂਦੇ ਹੋਏ ਬਚਨ ਕਰਦੇ ਆ, ਦੇਸ਼ ਛੋੜ ਪਰਦੇਸੇ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਦੇਸ਼ ਛੱਡਿਆ ਤੇ ਪਰਦੇਸ ਵਿੱਚ ਗਿਆ, ਪਰ ਜਿਨ੍ਹਾਂ ਨੂੰ ਛੱਡਣਾ ਸੀ ਗੁਰਮੁਖੋ ਤੇ ਨਾਲ ਹੀ ਤੁਰੇ ਫਿਰਦੇ ਆ। ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਬਚਨ ਕਰਦੇ ਆ, ਜਤ ਪਹਾਰਾ। ਜਿਹੜਾ ਜਤ ਪ੍ਰਤਗੀ ਹੋਣਾ ਨਾ, ਇਹੀ ਇੱਕ ਭੱਠੀ ਆ। ਤਾਂ ਜਿਸ ਤਰ੍ਹਾਂ ਭੱਠੀ ਦਾ ਮਾਲਕ ਹੁੰਦਾ, ਭੱਠੀ ਦੇ ਵਿੱਚ ਸੋਨੇ ਨੂੰ ਪਾਉਂਦਾ ਤੇ ਤਪਾਉਂਦਾ, ਤੇ ਉਹ ਫਿਰ ਸੁਨਿਆਰਾ ਕਿਹੜਾ ਹੋਣਾ ਚਾਹੀਦਾ? ਧੀਰਜ ਸੁਨਿਆਰਾ, ਜਿਹੜੀ ਮਨ ਨੂੰ ਧੀਰਜ ਦੇਣੀ, ਹੌਸਲਾ ਰੱਖਣਾ, ਧੀਰਜ ਰੂਪੀ ਸੁਨਿਆਰਾ। ਤੇ ਜਾਤ ਰੂਪੀ ਜਿਹੜੀ ਸਿੱਖਾਂ ਨੇ ਗੁਰਮੁਖੋ ਸਦਾ ਵਾਸਤੇ ਭੱਠੀ ਤਪਾ ਕਰਕੇ ਰੱਖਣੀ ਹੈ। ਹਰਨ ਮਤ ਵੇਦ ਹਥਿਆਰ। ਤੇ ਫਿਰ ਜਿਹੜੀ ਆਪਣੀ ਮਤ ਆ, ਜਦੋਂ ਸੋਨੇ ਨੂੰ ਭੱਠੀ ਵਿੱਚ ਪਾ ਕਰਕੇ ਸੁਨਿਆਰਾ ਤਪਾਉਂਦਾ ਤੇ ਗੁਰਮੁਖੋ ਅਹਰਣ ਇੱਕ ਲੋਹੇ ਦਾ ਵੱਡਾ ਸਾਰਾ ਢੇਲਾ ਹੁੰਦਾ ਹੈ, ਜਿਹਦੇ ਉੱਪਰ ਰੱਖ ਕਰਕੇ ਤੇ ਮੁੜ ਕੇ ਸੱਟਾਂ ਮਾਰਦਾ। ਤੇ ਫਿਰ ਅਹਰਣ ਕਿਹੜੀ ਆ?
ਮਤ ਨੂੰ ਅਚਲ ਰੱਖਣਾ, ਮਤ ਨੂੰ ਕਦੇ ਚਲਾਏ ਮਾਰ ਨਹੀਂ ਹੋਣ ਦੇਣਾ, ਮਤ ਆਪਣਾ ਜਿਹੜਾ ਉਹਨੂੰ ਉੱਚਾ ਰੱਖਣਾ। ਆਪਾਂ ਅਰਦਾਸ ਦੇ ਵਿੱਚ ਰੋਜ਼ ਪੜ੍ਹਦੇ ਤੇ ਸੁਣਦੇ ਆ ਨਾ, ਗੁਰੂ ਕੇ ਸਿੱਖਾਂ ਦਾ ਮਨ ਨੀਵਾ, ਆਪਣੇ ਮਨ ਨੂੰ ਨੀਵਾ ਕਰਕੇ ਰੱਖਣਾ ਤੇ ਮਤ ਨੂੰ ਉੱਚੀ ਕਰਕੇ ਰੱਖਣਾ। ਮਨ ਨੂੰ ਕਦੇ ਵਾਸਤੇ ਮਨ ਦੇ ਵਿੱਚ ਹੰਕਾਰ ਨਹੀਂ ਆਉਣ ਦੇਣਾ, ਮਨ ਨੂੰ ਨੀਵਾਂ ਰੱਖਣਾ। ਤੇ ਗੁਰਮੁਖੋ ਜਿਸ ਪ੍ਰੇਮੀ ਦਾ ਮਨ ਨੀਵਾਂ ਰਹਿੰਦਾ, ਆਪਣੇ ਆਪ ਨੂੰ ਸਾਰਿਆਂ ਤੋਂ ਨਿਮਾਣੇ ਸਮਝਣਾ, ਆਪਣੇ ਆਪ ਨੂੰ ਸਾਰਿਆਂ ਤੋਂ ਨਤਾਣੇ ਸਮਝਣਾ। ਤੇ ਸਾਡੇ ਵਰਗਿਆਂ ਨੂੰ ਜਦੋਂ ਸਟੇਜ ਤੇ 4 ਅੱਖਰ ਬੋਲਣੇ ਆ ਜਾਂਦੇ ਆ ਨਾ, ਤੇ ਅਸੀਂ ਫਿਰ ਜਿਹੜੇ ਛੋਟੇ ਵਿਦਿਆਰਥੀ ਹੁੰਦੇ ਆ ਉਹਨਾਂ ਨਾਲ ਫਤਿਹ ਵੀ ਨਹੀਂ ਬੁਲਾਉਂਦੇ ਕਿ ਮੈਂ ਵਿਦਵਾਨ ਆ, ਮੇਰੀ ਇਹ ਸੇਵਾ ਕਰਨ, ਮੇਰਾ ਇਹ ਬਚਨ ਮੰਨਣਾ। ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖਾਂ ਦੀ ਰਸਨਾ ਦੇ ਬਚਨ ਹਨ ਕਿ ਇਹੋ ਜਿਹਾ ਹੰਕਾਰ ਜਦੋਂ 4 ਅੱਖਰ ਨਾਲ ਸੋਝੀ ਆ ਗਈ, ਮਨ ਦੇ ਵਿੱਚ ਹੰਕਾਰ ਨਹੀਂ ਕਰਨਾ, ਆਪਣੇ ਆਪ ਨੂੰ ਵੱਡੇ ਨਹੀਂ ਸਮਝਣਾ, ਆਪਣੇ ਆਪ ਨੂੰ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਸਮਝਣਾ। ਤੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਆਪਣੇ ਭਰਾ ਸਮਝਣਾ, ਇਹ ਨਹੀਂ ਕਹਿਣਾ ਕਿ ਇਹ ਮੇਰੇ ਵਿਦਿਆਰਥੀ ਆ। ਆਪਾਂ ਸਾਰੇ ਅਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਵਿਦਿਆਰਥੀ ਆ। ਉਮਰ ਵਿੱਚ ਛੋਟੇ ਤੇ ਵੱਡੇ ਹੋ ਸਕਦੇ ਆ, ਆਪਣੇ ਆਪ ਨੂੰ ਕਦੇ ਵਾਸਤੇ ਵੱਡਾ ਨਹੀਂ ਸਮਝਣਾ, ਆਪਣੇ ਆਪ ਨੂੰ ਕਦੇ ਵਾਸਤੇ ਗੁਣਵਾਨ ਨਹੀਂ ਸਮਝਣਾ। ਇਹ ਨਹੀਂ ਕਿ ਜਦੋਂ ਸਟੇਜ ਤੇ ਸਾਨੂੰ 4 ਅੱਖਰ ਬੋਲਣ ਆ ਗਏ ਮੈਂ ਵਿਦਵਾਨ ਬਣ ਗਿਆ, ਮੈਂ ਵਿਦਿਆ ਦਾ ਮਾਰਕੰਡ ਬਣ ਗਿਆ। ਹਾਂ, ਦੁਨੀਆ ਦੇ ਲੋਕ ਸਤਿਕਾਰ ਕਰਨ, ਉਹ ਗੁਰਮੁਖੋ ਇੱਕ ਵੱਖਰੀ ਗੱਲ ਆ, ਪਰ ਮਾਣ ਦੁਨੀਆ ਵਿੱਚੋਂ ਮਿਲਦਾ, ਪਰ ਬਣ ਕੇ ਰਹਿਣਾ। ਤਾਣ ਗੁਰੂ ਦੇ ਕੋਲੋਂ ਮਿਲਦਾ, ਸੰਗਤ ਕੋਲੋਂ ਮਿਲਦਾ, ਪਰ ਨਤਾਣੇ ਬਣ ਕੇ ਰਹਿਣਾ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਆਪ ਬੁੱਧ ਉਹਨੂੰ ਐਰਨ ਦਾ ਰੂਪ ਦੇਣਾ ਤੇ ਵੇਦ ਹਥਿਆਰ ਨਾਮ ਹੈ ਥੋੜੇ ਦਾ, ਵੇਦ ਨਾਮ ਹੈ ਗੁਰਮੁਖੋ ਬਾਣੀ ਦਾ। ਬਾਣੀ ਫਿਰ ਜਿਹੜਾ ਗੁਰਮੁਖੋ ਹਥੌੜੇ ਦੇ ਗਹਿਣੇ ਘੜਦਾ, ਉਹਨੂੰ ਫਿਰ ਉੱਤੇ ਸੱਟਾਂ ਮਾਰਨ ਵਾਸਤੇ ਵੀ ਥੱਲੇ ਕੋਈ ਚੀਜ਼ ਚਾਹੀਦੀ ਹੈ। ਜਿੰਨਾ ਚਿਰ ਕੋਈ ਚੀਜ਼ ਵਸਤੂ ਨਾ ਰੱਖਾਂਗੇ ਉਹਨਾਂ ਚਿਰ ਗੁਰਮੁਖੋ ਅਸੀਂ ਉੱਪਰ ਸੱਟ ਨਹੀਂ ਮਾਰ ਸਕਦੇ, ਸੱਟ ਨਾ ਵੱਜੇਗੀ ਉਹਨਾਂ ਚਿਰ ਗੁਰਮੁਖ ਘੜਿਆ ਨਹੀਂ ਜਾਂਦਾ। ਤੇ ਸਿੱਧ ਲੋਕੋ ਜਿਹੜੀ ਆਪਣੀ ਮਾਤਿਆ ਨੂੰ ਚੱਲ ਰੱਖਣਾ, ਗੁਰਮੁਖੋ ਐਰਨ ਦੇ ਉੱਪਰ ਜਿੰਨੀਆਂ ਮਰਜ਼ੀ, ਐਰਨ ਕਦੇ ਡੋਲਦੀ ਨਹੀਂ, ਆਸੇ ਪਾਸੇ ਨਹੀਂ ਜਾਂਦੀ ਤੇ ਐਰਨ ਕਦੇ ਡਿੱਗਦੀ ਵੀ ਨਹੀਂ। ਤੇ ਆਪਣੀ ਮਤ ਨੂੰ ਅਚਲ ਰੱਖਣ ਵਾਸਤੇ, ਆਪਣੇ ਮਨ ਵਾਸਤੇ ਗੁਰੂ ਕੇ ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ, ਤੂੰ ਮੇਰੋ ਮੇਰ ਪਰਬਤ ਓਟ ਗਈ ਮੈਂ ਤੇਰੀ, ਨਾ ਹਮ ਗਿਰਤੇ ਰੱਖ ਲੈ ਸੱਚੇ ਪਾਤਸ਼ਾਹ। ਅਸੀਂ ਅਣ ਕੀਤੀ ਆ, ਕਿਰਪਾ ਕਰਕੇ ਸਾਨੂੰ ਡੋਲਣ ਤੋਂ ਬਚਾਇਓ। ਅੱਛਾ, ਕਲਯੁਗੀ ਜੀਵਿਆ ਪਤਾ ਸੀ ਡਿੱਗ ਪੈਣਾ, ਇਹ ਵਿਕਾਰਾਂ ਦੇ ਪਦਾਰਥਾਂ ਦੇ ਪਾਣੀ ਦੇ ਵਿੱਚ ਡੁੱਬ ਜਾਣਾ। ਤੇ ਸਾਨੂੰ ਕਿਰਪਾ ਦੱਛਾ ਅਚਲ ਪਦਵੀ ਬਖਸ਼ੋ ਸੱਚੇ ਨਾਮ। ਭਾਵੇਂ ਪਦਾਰਥਾਂ ਦਾ ਪਾਣੀ ਆਵੇ, ਭਾਰਤ ਸਾਨੂੰ ਮਿਲਣਾ, ਮਾਇਆ ਦੇ ਕਿੰਨੇ ਵੀ ਤੱਤੇ ਝੋਲੇ ਆਉਣ ਸੱਚੇ ਪਾਤਸ਼ਾਹ ਅਸੀਂ ਕਦੇ ਡੋਲੀਏ ਨਾ। ਜੇ ਡੋਲ ਗਏ ਤੇ ਸੱਚੇ ਪਾਤਸ਼ਾਹ ਸਾਡਾ ਲੋਕ ਵੀ ਜਾਣਾ, ਸਾਡਾ ਪਰਲੋਕ ਵੀ ਜਾਣਾ। ਨਾ ਸਾਨੂੰ ਲੋਕ ਵਿੱਚ ਜਗ੍ਹਾ ਮਿਲਣੀ ਆ, ਨਾ ਸੋਗ ਵਿੱਚ ਕਦੇ ਵਾਸਤੇ ਜਗ੍ਹਾ ਮਿਲਣੀ ਆ। ਉਹਨੂੰ ਐਰਨ ਬਣਾ ਕਰਕੇ ਜਿਹੜਾ ਵੇਦ ਹੈ ਨਾ ਗੁਰਬਾਣੀ ਨਾਮ ਕਰਨਾ, ਇਹਦਾ ਹਥੌੜਾ ਬਣਾ ਕਰਕੇ ਆਪਣੇ ਮਨ ਦੇ ਉੱਪਰ ਪ੍ਰੇਮ ਦੀਆਂ ਸੱਟਾਂ ਮਾਰਨੀਆਂ ਹਨ। ਅਗਨ ਤਪਤਾਉ ਇਹ ਖੱਲਾ ਪਾਠ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਦਮਦਮੀ ਟਕਸਾਲ ਦੇ 13ਵੇਂ ਮੁਖੀ
ਸੱਚਖੰਡ ਵਾਸੀ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖਾਂ ਨੇ ਜਿਹੜਾ 3 ਬਾਣੀਆਂ ਦਾ ਟੀਕਾ ਲਿਖਿਆ ਨਾ, ਜਪਜੀ ਸਾਹਿਬ, ਰਹਿਰਾਸ ਸਾਹਿਬ ਤੇ ਕੀਰਤਨ ਸੋਲਾ, ਉਹਦੇ ਵਿੱਚ ਮਹਾਂਪੁਰਖਾਂ ਨੇ ਸਮਝਾਇਆ ਕਿ ਇਸ ਪਾਠ ਨੂੰ ਖੱਲਾ ਕਰਨਾ, ਅਧਿਕ ਲਾ ਕਰਕੇ ਬੋਲਣਾ। ਫਿਰ ਜਿਹੜਾ ਉਹ ਸੁਨਿਆਰਾ ਹੁੰਦਾ, ਗਹਿਣਿਆਂ ਨੂੰ ਘੜਦਾ, ਉਹਨੇ ਆਪਣੀ ਇੱਕ ਐਰਨ ਬਣਾਈ ਹੁੰਦੀ ਆ, ਗੁਰਮੁਖ ਇੱਕ ਭੱਠੀ ਬਣਾਈ ਹੁੰਦੀ ਆ, ਤੇ ਭੱਠੀ ਦੇ ਵਿੱਚ ਮੱਗ ਦੇ ਕੋਲੇ ਹੁੰਦੇ ਆ, ਕੋਲੇ ਬੁੱਝ ਜਾਂਦੇ ਆ, ਪਰ ਉਹਨਾਂ ਨੂੰ ਜਗਦੇ ਰੱਖਣ ਵਾਸਤੇ, ਉਹਨਾਂ ਦੀ ਅੱਗ ਪ੍ਰਚੰਡ ਕਰਨ ਵਾਸਤੇ ਫਿਰ ਖੱਲਾ ਰੱਖਿਆ ਹੁੰਦਾ, ਤੇ ਖੱਲੇ ਵਿੱਚੋਂ ਹਵਾ ਨਿਕਲਦੀ ਆ, ਜਾਂ ਇੱਕ ਪੱਖਾ ਰੱਖਿਆ ਹੁੰਦਾ। ਪੁਰਾਣੇ ਜ਼ਮਾਨੇ ਦੇ ਵਿੱਚ ਤੇ ਪੱਖੇ ਹੁੰਦੇ ਸਨ ਤੇ ਉਹਨਾਂ ਨੂੰ ਹੱਥ ਨਾਲ ਗੇੜਿਆ ਜਾਂਦਾ ਸੀ, ਪਰ ਵਰਤਮਾਨ ਸਮੇਂ ਦੇ ਵਿੱਚ ਬਿਜਲੀ ਦੀ ਸਹਾਇਤਾ ਨਾ ਕਰਕੇ ਉਹ ਜਿਹੜੇ ਪੱਖੇ ਆ, ਜਿਹੜੇ ਉਹ ਕੋਲੇ ਮੱਗਦੇ ਆ, ਬਿਜਲੀ ਦੇ ਪੱਖੇ ਦੇ ਨਾਲ ਉਹ ਹਵਾ ਦਿੰਦੇ ਆ, ਹਵਾ ਦੇ ਨਾਲ ਉਹ ਗੁਰਮੁਖੋ ਕੋਲੇ ਮੱਗਦੇ ਆ। ਤੇ ਫਿਰ ਸਿੱਖ ਨੇ ਜਾਂ ਜਿਹੜਾ ਪੁਰਾਣਾ ਧਾਰੀ ਜੀਵ ਆ, ਉਹਨੇ ਕਿਹੜਾ ਖੱਲਾ ਲੈਣਾ? ਭਾਉ ਮਨ ਦੇ ਵਿੱਚ ਪਰਮੇਸ਼ਰ ਦੇ ਡਰ ਨੂੰ ਧਾਰਨ ਕਰਕੇ ਰੱਖਣਾ। ਗੁਰਮੁਖੋ ਜਿਸ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਡਰ ਨਹੀਂ, ਗੁਰਮੁਖੋ ਉਹਦੇ ਅੰਦਰ ਕਰੀ ਵਾਸਤੇ ਪ੍ਰੇਮ ਵੀ ਨਹੀਂ ਜਾਗਦਾ। ਪਾਵਨ ਗੁਰਬਾਣੀ ਦੇ ਬਚਨ ਹਨ, ਜਿਨ ਮਨ ਭਾਉ ਤਿਨਾ ਮਨ ਭਾਉ। ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਡਰ ਪੈਦਾ ਹੋ ਜਾਂਦਾ, ਉਹ ਗੁਰਮੁਖੋ ਉਹਨਾਂ ਦੇ ਮਨ ਦੇ ਹਮੇਸ਼ਾ ਵਾਸਤੇ ਪ੍ਰੇਮ ਪੈਦਾ ਹੋ ਜਾਂਦਾ। ਤੇ ਜਿਸ ਬੰਦੇ ਦੇ ਅੰਦਰ ਪਰਮੇਸ਼ਰ ਦਾ ਡਰ ਨਹੀਂ ਨਾ, ਤੇ ਗੁਰਮੁਖੋ ਉਹ ਮਾੜੇ ਕੰਮ ਕਰਦਾ, ਪਾਪ ਕਰਦਾ। ਜਦੋਂ ਮਾੜੇ ਕੰਮ ਕਰਦਾ, ਕੁਕਰਮ ਕਰਦਾ, ਦੁਨੀਆ ਨੂੰ ਤੰਗ ਕਰਦਾ, ਪਰੇਸ਼ਾਨ ਕਰਦਾ, ਉਦੋਂ ਦੁਨੀਆ ਦੇ ਲੋਕਾਂ ਦੇ ਮੂੰਹ ਦੀ ਆਵਾਜ਼ ਹੁੰਦੀ ਆ ਕਿ ਇਹਨੂੰ ਪਰਮੇਸ਼ਰ ਦਾ ਡਰ ਨਹੀਂ, ਇਹਨੂੰ ਪਰਮੇਸ਼ਰ ਭੁੱਲ ਗਿਆ। ਵਿਦਵਾਨ ਤੇ ਸਿਆਣੇ ਲੋਕਾਂ ਦਾ ਕਥਨ ਹੈ, ਜੀਵ ਨੂੰ ਕਦੇ ਵਾਸਤੇ 2 ਚੀਜ਼ਾਂ ਨਹੀਂ ਭੁੱਲਣੀਆਂ ਚਾਹੀਦੀਆਂ, ਇੱਕ ਰੱਬ ਤੇ ਦੂਜਾ ਮੌਤ। ਰੱਬ ਸਾਰਿਆਂ ਨਾਲੋਂ ਵੱਡਾ ਤੇ ਮੌਤ ਅਟਲ ਸਚਾਈ ਆ। ਜਿਸ ਬੰਦੇ ਨੂੰ ਰੱਬ ਤੇ ਮੌਤ ਚੇਤੇ ਹੁੰਦਾ, ਗੁਰਮੁਖੋ ਕਦੇ ਵਾਸਤੇ ਮਾੜੇ ਕੰਮ ਨਹੀਂ ਕਰੇਗਾ। ਜਦੋਂ ਮਾੜੇ ਕੰਮ ਕਰਦਾ, ਅਕਸਰ ਦੁਨੀਆ ਦੇ ਲੋਕ ਇਹ ਕਹਿੰਦੇ ਆ ਕਿ ਇਹਨੂੰ ਮੌਤ ਦਾ ਡਰ ਨਹੀਂ, ਮੌਤ ਭੁੱਲ ਗਈ, ਇਹਨੂੰ ਰੱਬ ਦਾ ਵੀ ਡਰ ਨਹੀਂ। ਤੇ ਗੁਰਮੁਖੋ ਫਿਰ ਸਾਨੂੰ ਚੇਤੇ ਕੀ ਰਹਿੰਦਾ? ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਨਾ ਤਾਂ ਮੌਤ ਚੇਤੇ ਆ, ਤੇ ਨਾ ਗੁਰਮੁਖੋ ਜੀਵ ਨੂੰ ਕਦੇ ਵਾਸਤੇ ਰੱਬ ਹੀ ਚੇਤੇ ਹੁੰਦਾ। ਜੇ ਮੌਤ ਪਤਾ ਹੋਵੇ ਨਾ ਵੀ ਅਸੀਂ ਮਰ ਜਾਣਾ, ਦੁਨੀਆ ਤੇ ਰਹਿਣਾ ਨਹੀਂ, ਤੇ ਰੱਬ ਨੂੰ ਕਦੇ ਵਾਸਤੇ ਭੁੱਲ ਗਏ ਨਾ। ਰੱਬ ਨੂੰ ਸਵਾਸ ਸਵਾਸ ਚੇਤੇ ਕਰੀਏ। ਜਿਨ੍ਹਾਂ ਨੂੰ ਰੱਬ ਤੇ ਮੌਤ ਚੇਤੇ ਹੁੰਦੇ ਆ, ਗੁਰਮੁਖੋ ਰੱਬ ਨੂੰ ਕਦੇ ਵਾਸਤੇ ਭੁੱਲਦੇ ਨਹੀਂ। ਰੱਬ ਨੂੰ ਸਵਾਸ ਸਵਾਸ ਚੇਤੇ ਕਰਦੇ ਆ। ਕਿਵੇਂ ਚੇਤੇ ਕਰਦੇ ਆ? ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਾ ਸਦਕਾਮ। ਉਠਤ ਬੈਠਤ ਸੋਵਤ ਝਾਈਐ, ਮਾਰਗ ਚਲਤ ਹਰੇ ਹਰ ਗਾਈਐ। ਉਹ ਕੰਮ ਵੀ ਕਰਦੇ, ਇਹ ਨਹੀਂ ਵੀ ਵਿਹਲੇ ਬਹਿ ਕੇ ਨਾਮ ਜਪਦੇ ਆ। ਉਹ ਤੁਰਦੇ ਫਿਰਦੇ ਵੀ ਵਿਚਰਦੇ ਆ, ਸੰਸਾਰੀ ਕਾਰ ਵਿਹਾਰ ਵੀ ਕਰਦੇ ਆ, ਪਰ ਆਪਣੀ ਰਸਨਾ ਦੇ ਨਾਲ, ਮਨ ਦੇ ਨਾਲ ਰੱਬ ਨੂੰ ਸਦਾ ਵਾਸਤੇ ਚੇਤੇ ਕਰਦੇ ਆ। ਤੇ ਸੱਚੇ ਪਾਤਸ਼ਾਹ ਨੇ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਸਮਝਾਉਣ ਦਾ ਯਤਨ ਕੀਤਾ। ਪਾਉ ਖੱਲਾ, ਜਿਹੜਾ ਪਰਮੇਸ਼ਰ ਦਾ ਡਰ ਧਾਰਨ ਕਰਨਾ, ਇਹ ਗੁਰਮੁਖੋ ਸੁਨਿਆਰੇ ਦੇ ਪਾਸ ਇਸ ਭੱਠੀ ਨੂੰ, ਪਹਾੜੇ ਨੂੰ, ਕੋਲਿਆਂ ਦੀ ਅੱਗ ਨੂੰ ਤੇਜ਼ ਕਰਨ ਵਾਸਤੇ ਇਹ ਭਉ ਰੂਪੀ ਖੱਲਾ ਹੈ। ਅਗਨ ਤਪਤਾਓ। ਤੇ ਫਿਰ ਉਹਦੇ ਵਿੱਚ, ਉਸ ਭੱਠੀ ਦੇ ਵਿੱਚ ਅੱਗ ਕਿਹੜੀ ਆ? ਤਪ ਕਰਨਾ। ਫਿਰ ਇਹ ਨਹੀਂ ਵੀ ਅਸੀਂ ਧੂਣੀਆਂ ਤਪਾਉਣੀਆਂ ਜਾਂ ਜਲ ਧਾਰੇ ਕਰਨੇ ਆ, ਜਾਂ ਪੁੱਠੇ ਲਟਕਣਾ, ਜਾਂ ਕਪਾਲੀ ਆਸਣ ਲਾਉਣਾ। ਗੁਰਮੁਖੋ ਇਸ ਤਰ੍ਹਾਂ ਨਹੀਂ। ਤਪ ਤਾਓ, ਕਿਹੜਾ ਤਪ ਕਰਨਾ? ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਗੁਰਬਾਣੀ ਪੜ੍ਹਨੀ ਆ। ਤੇ ਗੁਰਬਾਣੀ ਕਿਹੜੀ ਪੜ੍ਹਨੀ ਆ? ਧੁਰ ਕੀਰਤਨ ਸਗੜੀ ਚਿੰਤ ਮਿਟਾਈ। ਜਿਹੜੀ ਅਕਾਲ ਪੁਰਖ ਦੀ ਦਰਗਾਹ ਵਿੱਚੋਂ ਗੁਰਮੁਖੋ ਗੁਰਬਾਣੀ ਆਈ ਆ, ਉਸ ਗੁਰਬਾਣੀ ਨੂੰ ਪੜ੍ਹਨਾ
ਸਿੱਖਾਂ ਦੇ ਵਾਸਤੇ, ਜੀਵ ਦੇ ਵਾਸਤੇ ਗੁਰਮੁਖੋ ਇਹੀ ਇੱਕ ਸੱਚਾ ਤੇ ਸੁੱਚਾ ਪਿਆ। ਜਦੋਂ ਅਸੀਂ ਧੂਣੀਆਂ ਦਾ ਤਪ ਕਰਾਂਗੇ ਗੁਰਮੁਖੋ, ਤਪਤ ਸਾਡੇ ਸਰੀਰ ਨੂੰ ਲੱਗੇਗੀ, ਮਨ ਦੁਖੀ ਹੋਵੇਗਾ। ਜਲ ਧਾਰੇ ਕਰਾਂਗੇ ਰੁੱਤ ਵਿੱਚ ਗੁਰਮੁਖੋ, ਸਾਡਾ ਤਨ ਵੀ ਦੁਖੀ ਤੇ ਸਾਡਾ ਮਨ ਵੀ ਦੁਖੀ ਆ। ਤੇ ਜਦੋਂ ਅਸੀਂ ਇਸ਼ਨਾਨ ਕਰਕੇ ਬਾਣੀ ਪੜਾਂਗੇ ਤੇ ਗੁਰਮੁਖੋ, ਸਾਡਾ ਤਨ ਵੀ ਸੁਖੀ ਤੇ ਸਾਡਾ ਮਨ ਵੀ ਸੁਖੀ ਆ। ਦੁੱਖ ਦੇਣ ਦੀ ਕੋਈ ਲੋੜ ਨਹੀਂ। ਤੇ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜੀ ਤੁਰ ਦਰਗਾਹ ਵਿੱਚੋਂ ਬਾਣੀ ਆਈ ਆ, ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੀ ਰਚਨਾ ਤੋਂ ਬਾਣੀ ਆਈ, ਅਣੀ ਦਾ ਜਾਪ ਕਰਨਾ ਇਹੀ ਇੱਕ ਪ੍ਰਾਣਾ ਧਾਰੀ ਜੀਵ ਦਾ ਸੱਚਾ ਤੇ ਸੁੱਚਾ ਤਪ ਆ। ਤੇ ਇਹਦੇ ਤੋਂ ਬਿਨਾਂ, ਨਾਮ ਤੋਂ ਬਿਨਾਂ, ਸੇਵਾ ਤੇ ਸਿਮਰਨ ਤੋਂ ਬਿਨਾਂ ਕੋਈ ਵੀ ਗੁਰਮੁਖੋ ਪਾਪ ਨਹੀਂ। ਫਿਰ ਆਨੰਦ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਤੀਜੇ ਪਾਤਸ਼ਾਹ ਨੇ ਬਚਨ ਕੀਤਾ ਹੈ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਖਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਤੇਰੀ, ਬਾਣੀਆਂ ਸਿਰ ਬਾਣੀ, ਜਿਹੜੀ ਸਾਰੀਆਂ ਬਾਣੀਆਂ ਤੋਂ ਸ਼੍ਰੋਮਣੀ ਬਾਣੀ ਆ। ਗੁਰਮੁਖੋ, ਜਿਹੜੇ ਹਿੰਦੂ ਮਤ ਦੇ ਧਾਰਮਿਕ ਗ੍ਰੰਥ ਆ, 4 ਵੇਦ, 6 ਸ਼ਾਸਤਰ, 18 ਪੁਰਾਣ ਤੇ 27 ਸਿਮਰਤੀਆਂ, ਗੀਤਾ ਤੇ ਰਮਾਇਣ ਆ। ਇਹ ਜਿਹੜੇ 2 ਫਿਰਕੇ ਸਨ, ਨਾ ਤੋਂ ਪੜ ਸਕਦੇ ਸਨ ਤੇ ਨਾ ਗੁਰਮੁਖੋ ਸੁਣੀ ਸਕਦੇ ਸਨ। ਬ੍ਰਾਹਮਣ ਜਾਤੀ ਦੇ ਲੋਕ ਪੜ੍ਹਦੇ ਤੇ ਖੱਤਰੀ ਆਪਣੇ ਕੰਨਾਂ ਨਾਲ ਸੁਣਦੇ ਸੀ। ਵੈਸ ਤੇ ਸ਼ੂਦਰ ਨੂੰ ਕੋਈ ਹੱਕ ਨਹੀਂ ਸੀ ਉਹ ਪੜ੍ਹ ਸਕੇ ਤੇ ਨਾ ਸੁਣ ਸਕੇ। ਫਿਰ ਜਦੋਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਉਚਾਰਨ ਕੀਤੀ ਨਾ, ਤੀਜੇ ਪਾਤਸ਼ਾਹ ਦਾ ਸਮਾਂ ਆਇਆ, ਮੁਗਲ ਦਰਬਾਰ ਵਿੱਚ ਸ਼ਿਕਾਇਤ ਕੀਤੀ ਕਿ ਇਹਨਾਂ ਨੇ ਮੂਲ ਮੰਤਰ ਉਚਾਰਨ ਕੀਤਾ ਤੇ ਗੁਰਬਾਣੀ ਵੀ ਉਚਾਰਨ ਕਰਦੇ ਆ। ਜਦੋਂ ਹਿੰਦੂ ਮਤ ਦੇ 68 ਤੀਰਥ ਆ, ਇਹਨਾਂ ਨੇ ਨਵਾਂ ਤੀਰਥ ਕਿਉਂ ਬਣਾਇਆ? ਅਕਬਰ ਬਾਦਸ਼ਾਹ ਸੀ, ਲਾਹੌਰ ਦਰਬਾਰ ਦੇ ਅੰਦਰ ਉਸ ਟਾਈਮ ਦੇ ਜਿਹੜੇ ਵਿਦਵਾਨ ਲੋਕ ਸਨ ਗੁਰਮੁਖ, ਉਹਨਾਂ ਨੇ ਸ਼ਿਕਾਇਤ ਕੀਤੀ। ਜਦੋਂ ਸ਼ਿਕਾਇਤ ਕੀਤੀ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਜਵਾਬ ਦੇਣ ਵਾਸਤੇ ਲਾਹੌਰ ਤਖਤ ਦੀ ਲਾਹੌਰ ਦਰਬਾਰ ਅੰਦਰ ਘੱਲਿਆ ਸੀ। ਤੇ ਸਵਾਲ ਹੋਇਆ, ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਤੇ ਕੋਈ ਸੋਝੀ ਨਹੀਂ। ਸਿੱਖ ਸਨ ਉਦੋਂ, ਗੁਰੂ ਨਹੀਂ। ਸਿੱਖ ਹਮੇਸ਼ਾ ਵਾਸਤੇ ਆਪਣੇ ਗੁਰੂ ਦੇ ਅੱਗੇ ਨਿਮਾਣਾ ਤੇ ਨਤਾਣਾ ਬਣ ਕੇ ਰਹਿੰਦਾ। ਤੇ ਸੱਚੇ ਪਾਤਸ਼ਾਹ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੈਂ ਤੇ ਅਲਪਾਗਿਆ, ਮੈਨੂੰ ਤੇ ਕੋਈ ਸੋਝੀ ਨਹੀਂ। ਤੇ ਸੱਚੇ ਪਾਤਸ਼ਾਹ ਨੇ ਸਾਰੀ ਦੁਨੀਆ ਦੀਆਂ ਵਿਦਿਆ ਉਹਨਾਂ ਦੇ ਗੁਰਮੁਖੋਂ ਹੱਥਾਂ ਉੱਤੇ ਖੜੀਆਂ ਕਰ ਦਿੱਤੀਆਂ ਸਨ। ਜਿਹੜੇ ਪਾਸੇ ਨਿਗਾਹ ਮਾਰੋਗੇ ਤੁਹਾਨੂੰ ਸ਼ਾਸਤਰਾਂ ਦਾ, ਵੇਦਾਂ ਦਾ, ਧਾਰਮਿਕ ਗ੍ਰੰਥਾਂ ਦਾ ਗਿਆਨ ਹੋਵੇਗਾ। ਤੇ ਜਦੋਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਘਰ ਦੇ ਨਾਲ ਮੱਥਾ ਲਾਇਆ, ਚਰਚਾ ਕੀਤੀ ਕਿ ਹਿੰਦੂ ਮਤ ਦੇ ਵੇਖੋ ਜੰਤਰ ਮੰਤਰ ਤੇ ਤੰਤਰ ਆ, ਇਹਨਾਂ ਨੇ ਕਿਉਂ ਮੂਲ ਮੰਤਰ ਬਣਾਇਆ? ਤੇ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਇਸ ਮੰਤਰ ਵਿੱਚ ਤੇ ਉਸ ਮੰਤਰ ਵਿੱਚ ਬਹੁਤ ਫਰਕ ਆ। ਕੀ ਫਰਕ ਆ? ਉਹਨੂੰ ਸ਼ੂਦਰ ਤੇ ਵੈਸ਼ ਪੜ੍ਹ ਨਹੀਂ ਸਕਦੇ। ਇਹ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦਾ ਜਿਹੜਾ ਮੰਤਰ ਆ, ਇਹਨੂੰ ਸ਼ੂਦਰ ਵੀ ਪੜ੍ਹ ਸਕਦੇ ਆ, ਵੈਸ਼ ਵੀ ਪੜ੍ਹ ਸਕਦੇ ਆ, ਖੱਤਰੀ ਵੀ ਪੜ੍ਹ ਸਕਦੇ ਤੇ ਬ੍ਰਾਹਮਣ ਵੀ ਪੜ੍ਹ ਸਕਦੇ ਆ। ਪਾਵਨ ਗੁਰਬਾਣੀ ਦੇ ਬਚਨ ਹਨ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹ ਵਰਨਾ ਕੋ ਸੰਝਾ। ਚਾਰੇ ਵਰਨਿਆਂ ਜਿਹੜੇ ਉਪਦੇਸ਼ ਦਿੱਤਾ ਜਾਂਦਾ, ਕਿਸੇ ਦੇ ਨਾਲ ਜਾਤੀ ਤੌਰ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਨਿਰਉੱਤਰ ਹੋਏ ਜਦੋਂ ਸਾਰੀ ਸਭਾ ਦੇ ਵਿੱਚ ਮਾਪ ਕੀਤਾ ਗਿਆ, ਕੰਨਾਂ ਦੇ ਨਾਲ ਸੰਤਨ ਦਾ ਜਾਪ, ਆਪਣੇ ਕੰਨਾਂ ਨਾਲ ਸਵਰਸ ਆਇਆ, ਬੜਾ ਆਨੰਦ ਨੂੰ ਸ਼ਾਂਤੀ ਮਿਲੀ ਗੁਰਮੁਖੋ। ਤੇ ਜਿਵੇਂ ਕੋਈ ਇੱਥੇ ਬੋਲਦਾ ਨਹੀਂ, ਜਿਵੇਂ
ਇਹ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਮੂਲ ਮੰਤਰ ਦੇ ਨਾਲ ਗੁਰਮੁਖੋ ਸਾਰਿਆਂ ਨੂੰ ਰਸ ਆਇਆ, ਆਨੰਦ ਆਇਆ ਤੇ ਸ਼ਾਂਤੀ ਮਿਲੀ। ਤੇ ਦੂਜਾ ਸਵਾਲ ਕੀਤਾ ਸੀ ਕਿ ਇਹਨਾਂ ਨੇ ਬੌਲੀ ਸਾਹਿਬ ਤੀਰਥ ਕਿਉਂ ਬਣਾਇਆ? ਸਿੱਖ ਪੰਥ ਦਾ ਪਹਿਲਾ ਤੀਰਥ ਹੈ ਸ੍ਰੀ ਗੋਂਦਵਾਲ ਸਾਹਿਬ, ਬੌਲੀ ਸਾਹਿਬ, ਇਹਨਾਂ ਨੇ ਤੀਰਥ ਕਿਉਂ ਬਣਾਇਆ? ਤੇ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ ਸੀ ਕਿ ਜਿਹੜੇ ਹਿੰਦੂ ਮਤ ਦੇ ਉਹਨਾਂ ਦੇ ਉੱਪਰ ਸਕਦਾ ਸ਼ੂਦਰ ਤੇ ਫਿਰ ਇਸ਼ਨਾਨ ਧੋਵਾ। ਤੇ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਸਨ ਇਸ ਦੇ ਵਿੱਚ ਕਿਸੇ ਨੂੰ ਕੋਈ ਰੋਕ ਨਹੀਂ, ਕਿਸੇ ਨੂੰ ਕੋਈ ਟੋਕ। ਅੰਦਰ ਇਸ਼ਨਾਨ ਕਰ ਸਕਦਾ, ਖੱਤਰੀ ਇਸ਼ਨਾਨ ਕਰ ਸਕਦਾ ਤੇ ਵੈਸ ਵੀ ਇਸ਼ਨਾਨ ਕਰ ਸਕਦਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਨਿਯਮ ਬਣਾਇਆ ਸੀ ਕਿ ਜਿਨ੍ਹਾਂ ਨੇ ਸਾਡੇ ਦਰਸ਼ਨ ਕਰਨੇ ਆ ਨਾ, ਸਭ ਤੋਂ ਪਹਿਲਾਂ ਪੰਗਤ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕੇ। ਪਹਿਲੇ ਪੰਗਤ ਪਾਛੈ ਸੰਗਤ। ਜਿਸ ਮਨੁੱਖ ਨੇ ਪੰਗਤ ਵਿੱਚ ਬੈਠ ਕਰਕੇ ਪ੍ਰਸ਼ਾਦਾ ਨਹੀਂ ਛਕਣਾ, ਉਹਨੂੰ ਸਾਡੇ ਦਰਸ਼ਨ ਨਹੀਂ ਹੋਣਗੇ, ਉਹ ਸਾਡੇ ਦਰਸ਼ਨ ਕਰਨ ਵਾਸਤੇ ਨਾ ਆਵੇ। ਕਿਉਂਕਿ ਉਹਨਾਂ ਦੇ ਅਵਤਾਰ ਧਾਰਨ ਤੋਂ ਪਹਿਲਾਂ ਨਾ ਤਾਂ ਇੱਕ ਪੰਗਤ ਸੀ ਤੇ ਨਾ ਇੱਕ ਸੰਗਤ ਸੀ। ਊਚ ਨੀਚ ਦਾ ਭਿੰਨ ਭੇਦ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਭਿੰਨ ਭੇਦ ਨੂੰ ਮਿਟਾ ਕਰਕੇ ਏਕਤਾ ਬਣਾਈ। ਆਪਣੇ ਨਾਲ ਜਿਹੜੇ ਉਹਨਾਂ ਨੇ ਸਾਰੀ ਉਮਰ ਸਾਥੀ ਰੱਖੇ ਸਨ, ਇੱਕ ਸ਼ੂਦਰ ਸੀ ਤੇ ਇੱਕ ਵੈਸ਼ ਸੀ। ਭਾਈ ਮਰਦਾਨਾ ਜੀ ਮਰਾਸੀ ਸਨ, ਡੂਮ ਸਨ, ਸ਼ੂਦਰ ਸਨ, ਆਪਣੇ ਨਾਲ ਰੱਖਿਆ। ਭਾਈ ਬਾਲਾ ਜੀ ਇਹ ਵੈਸ਼ ਸਨ, ਕਿਰਤੀ ਸਿੱਖ ਸਨ, ਸੰਧੂ ਉਹਨਾਂ ਦਾ ਗੋਤ ਸੀ। ਆਪਣੇ ਨਾਲ ਸੰਗੀ ਸਾਥੀ ਸੱਚੇ ਪਾਤਸ਼ਾਹ ਨੇ ਦੋ ਸਿੱਖ ਬਣਾਏ ਜਿਹੜੇ ਸ਼ੂਦਰ ਅਤੇ ਵੈਸ਼ ਘਰਾਣਿਆਂ ਦੇ ਨਾਲ ਸੰਬੰਧਿਤ ਸਨ। ਦੁਨੀਆ ਦੇ ਲੋਕਾਂ ਦੇ ਸ਼ੰਕੇ ਨਿਵਰਤ ਕਰ ਦਿੱਤੇ। ਵੇਖੋ, ਇਹ ਪੰਜਾਂ ਤੱਤਾਂ ਦਾ ਸਰੀਰ ਸ਼ੂਦਰਾਂ ਦਾ ਵੀ ਬਣਿਆ, ਪੰਜਾਂ ਤੱਤਾਂ ਦਾ ਸਰੀਰ ਇਹ ਬ੍ਰਾਹਮਣਾਂ ਦਾ ਬਣਿਆ। ਲਹੂ ਜਿਹੜਾ ਇਹ ਸ਼ੂਦਰਾਂ ਵਿੱਚ ਵੀ ਆ, ਇਹ ਬ੍ਰਾਹਮਣਾਂ ਵਿੱਚ ਵੀ ਆ। ਪੰਜਾਂ ਤੱਤਾਂ ਤੋਂ ਗੁਰਮੁਖੋ ਪਰੇ ਕੋਈ ਸ੍ਰਿਸ਼ਟੀ ਨਹੀਂ। ਫਿਰ ਜਦੋਂ ਏਮਨਾਬਾਦ ਦੀ ਧਰਤੀ ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਗਏ ਸਨ, ਉਥੋਂ ਦੇ ਮਲਕ ਭਾਗੋ ਹੰਕਾਰੀ ਦਾ ਹੰਕਾਰ ਤੋੜਿਆ ਸੀ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕਾ ਸੰਗ ਸਾਚ, ਵੱਡਿਆਂ ਸਿਉ ਕਾ ਰੀਸ, ਜਿੱਥੈ ਨੀਚ ਸਮਾਲੀਆ ਨਾ ਤਿੱਥੈ ਨਦਰ ਤੇਰੀ ਬਖਸ਼ੀਸ਼। ਉਹਨਾਂ ਨੇ ਨਿਮਾਣੇ ਤੇ ਨਤਾਣੇ ਲੋਕਾਂ ਨੂੰ ਆਪਣੇ ਬਰਾਬਰ ਦਾ ਹੱਕ ਦਿੱਤਾ, ਬਰਾਬਰ ਦੀ ਪੰਗਤ ਦਿੱਤੀ, ਬਰਾਬਰ ਦੀ ਸੰਗਤ ਦਿੱਤੀ। ਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਸਮਝਾਉਂਦੇ ਆ, ਪਾਪ ਤਾਓ ਅਗਨ ਤਪ ਤਾਓ। ਜਿਹੜਾ ਪਰਮੇਸ਼ਰ ਦੀ ਬੰਦਗੀ ਕਰਨੀ ਹੈ, ਸੇਵਾ ਕਰਨੀ ਹੈ, ਸਿਮਰਨ ਕਰਨਾ, ਇਹੀ ਭੱਠੀ ਦੇ ਵਿੱਚ ਅਸੀਂ ਅੱਗ ਤਪਾਉਣਾ ਕੀਤੀ ਹੈ। ਅੰਮ੍ਰਿਤ ਤਿਤ ਢਾਲ। ਫਿਰ ਸੋਨੇ ਨੂੰ ਢਾਲਣ ਵਾਸਤੇ, ਸੋਨਾ ਪਾਉਣ ਵਾਸਤੇ ਇੱਕ ਭਾਂਡਾ ਰੱਖਿਆ ਹੁੰਦਾ ਨੇ। ਤੇ ਫਿਰ ਭਾਂਡਾ ਕੀ ਆ? ਭਾਂਡਾ ਭਾਓ, ਪ੍ਰੇਮ ਦਾ ਭਾਂਡਾ। ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਗੁਰਮੁਖੋ, ਉਹਨਾਂ ਨੂੰ ਪਰਮੇਸ਼ਰ ਦੀ ਕਦੇ ਵਾਸਤੇ ਪ੍ਰਾਪਤੀ ਨਹੀਂ ਹੁੰਦੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਈਏ ਨਾਮੀ ਬਾਣੀ ਵਿੱਚ ਕਥਨ ਕੀਤਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜਾ ਮਨ ਦੇ ਵਿੱਚ ਪ੍ਰੇਮ ਧਾਰਨ ਕਰਦਾ ਗੁਰਮੁਖੋ, ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਜਿਸ ਪ੍ਰਾਣਾ ਤਾਰੀ ਜੀਵ ਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ ਨਾ, ਸਿਰ ਤਰ ਤਲੀ ਗਲੀ ਮੇਰੀ ਆਓ। ਆਪਣੀ ਤਲੀ ਦੇ ਉੱਪਰ ਜਿਹੜਾ ਹੰਕਾਰ ਰੂਪੀ ਸਿਰ ਆ, ਉਹਨੂੰ ਵੱਢ ਕੇ ਆਓ। ਜੇਕਰ ਮਨ ਦੇ ਵਿੱਚ ਹੰਕਾਰ ਆ ਨਾ ਕਿ ਅਸੀਂ ਸਵਰਨ ਜਾਤੀ ਨਾਲ ਸੰਬੰਧਿਤ ਆ, ਇੱਥੇ ਸ਼ੂਦਰ ਬੈਠੇ ਆ। ਕਲਗੀਧਰ ਪਾਤਸ਼ਾਹ ਦੇ ਦਰਬਾਰ ਅੰਦਰ 22 ਧਰ ਦੇ ਗੁਰਮੁਖੋ ਰਾਜੇ ਆਏ ਸਨ। ਉਹਨਾਂ ਨੇ ਹੰਕਾਰ ਕੀਤਾ ਕਿ ਸੱਚੇ ਪਾਤਸ਼ਾਹ ਅਸੀਂ ਸਿੱਖ ਵੀ ਬਣਾਂਗੇ।
ਪਰ ਸਾਡੀ ਇੱਕ ਸ਼ਰਤ ਆ। ਕੀ ਸ਼ਰਤ ਆ? ਕਿ ਸਾਡੀ ਪੰਗਤ ਤੇ ਸਾਡੀ ਸੰਗਤ ਤੁਹਾਡੇ ਵਿੱਚ ਬੈਠਣ ਵਾਸਤੇ ਵੱਖਰੀ ਹੋਣੀ ਚਾਹੀਦੀ ਆ। ਉਹਦਾ ਕਾਰਨ ਕੀ? ਕਿ ਤੁਹਾਡੀ ਪੰਗਤ ਤੇ ਸੰਗਤ ਵਿੱਚ ਤੁਹਾਡੇ ਜਿਹੜੇ ਸਿੱਖ ਆ ਸ਼ੂਦਰ ਬੈਠਦੇ ਆ, ਪਰ ਅਸੀਂ ਰਾਜਪੂਤ ਘਰਾਣਿਆਂ ਦੇ ਨਾਲ ਸੰਬੰਧਿਤ ਆ। ਸਾਡੀ ਪੰਗਤ ਤੇ ਸਾਡੀ ਸੰਗਤ ਵੱਖਰੀ ਹੋਣੀ ਚਾਹੀਦੀ ਆ। ਤੇ ਕਲਗੀਧਰ ਪਾਤਸ਼ਾਹ ਨੇ ਰਾਜਪੂਤ ਘਰਾਣਿਆਂ ਨਾਲ ਸੰਬੰਧਿਤ ਜਿਹੜੇ 22 ਧਰ ਦੇ ਰਾਜੇ ਸਨ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ। ਅੱਜ ਵਰਗਾ ਕੋਈ ਰਾਜਾ ਹੁੰਦਾ ਨਾ ਤੇ ਸ਼ਾਇਦ ਉਹਨਾਂ ਦੀਆਂ ਹੰਕਾਰ ਵਾਲੀਆਂ ਗੱਲਾਂ ਨਾਲ ਸਹਿਮਤ ਹੋ ਜਾਂਦਾ, ਪਰ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਸਨ, ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿੰਦੇ ਆ, ਜਿਨ੍ਹਾਂ ਨੂੰ ਤੁਸੀਂ ਨਿਮਾਣੇ ਤੇ ਨਤਾਣੇ ਕਹਿੰਦੇ ਆ, ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਇਨਹੀ ਕੀ ਕਿਰਪਾ ਸੇ ਸਜੇ ਹਮ ਹੈ, ਨਹੀਂ ਮੋਹ ਸੇ ਗਰੀਬ ਕਰੋੜ ਪਰੇ। ਅਸੀਂ ਇਹਨਾਂ ਦੀ ਕਿਰਪਾ ਦੇ ਨਾਲ ਸੱਜ ਕੇ ਬੈਠੇ ਆ, ਇਹਨਾਂ ਦੀ ਕਿਰਪਾ ਦੇ ਨਾਲ ਅਸੀਂ ਜੰਗ ਕੀਤੇ ਆ, ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸ਼ਤਰੂ ਮਾਰੇ ਆ, ਇਹਨਾਂ ਦੀ ਕਿਰਪਾ ਦੇ ਨਾਲ ਸਾਡੇ ਮਾਇਆ ਦੇ ਖਜ਼ਾਨੇ ਭਰੇ ਆ। ਤੇ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਸਨ, ਇਨ ਗਰੀਬ ਸਿੱਖਣ ਕਉ ਦੇਉ ਪਾਤ ਸਹੀ, ਯਾ ਕੀ ਯਾਤ ਬਰਨ ਕੁਲ ਮਾਹੀ, ਸਰਦਾਰੀ ਨੇ ਪਈ ਕਦਾਈ, ਤਿੰਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਗੁਰਮੁਖੋ ਕਲਗੀਧਰ ਪਾਤਸ਼ਾਹ ਦਾ ਪੰਥ ਕਿਹੋ ਜਿਹਾ? ਗੰਗਾ ਨਗਰ ਸ਼ਹਿਰ ਦੀ ਘਟਨਾ। ਸ਼ੂਦਰ ਜਾਤੀ ਨਾਲ ਉਧਰ ਦਾ ਇੱਕ ਰਾਜਸਥਾਨੀ ਮਨੁੱਖ ਸੀ, ਡੀਸੀ ਦਫ਼ਤਰ ਦੇ ਵਿੱਚ ਚਪੜਾਸੀ ਦੀ ਨੌਕਰੀ ਕਰਦਾ ਸੀ। ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਕੰਨਾਂ ਨਾਲ ਸੁਣਿਆ। ਇੱਕ ਡੀਸੀ ਜਿਹੜਾ ਸਾਰੇ ਜ਼ਿਲ੍ਹੇ ਦਾ ਮਾਲਕ ਆ, ਉਹਦਾ ਚਪੜਾਸੀ ਸ਼ੂਦਰ ਆ, ਉਹਦੇ ਪਿਛਲੇ ਜਨਮ ਦੇ ਕਰਮ ਜਾਗੇ ਗੁਰਮੁਖੋ, ਉਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕ ਕਰਕੇ ਕੇਸ ਰੱਖੇ, ਦਾੜੀ ਰੱਖੀ, ਸਿਰ ਤੇ ਦਸਤਾਰ ਬੰਨੇ, 5 ਕਕਾਰੀ ਉਹ ਰਹਿਤ ਰੱਖੇ। ਪਰ ਵੇਖੋ ਕਿੱਥੇ ਡੀਸੀ ਸਾਰੇ ਜ਼ਿਲ੍ਹੇ ਦਾ ਮਾਲਕ, ਉਹਦਾ ਚਪੜਾਸੀ ਉਹਨੂੰ ਕਾਗਜ਼ ਦੇਣ ਵਾਲਾ, ਉਹਨੂੰ ਪਾਣੀ ਪਿਉਣ ਵਾਲਾ, ਉਹਦੀ ਸੇਵਾ ਕਰਨ ਵਾਲਾ। ਪਰ ਡੀਸੀ ਵੀ ਸਤਿਕਾਰ ਕਰਦਾ ਸੀ। ਕਿਉਂ ਸਤਿਕਾਰ ਕਰਦਾ ਸੀ? ਕਿ ਇਹ ਕਲਗੀਧਰ ਪਾਤਸ਼ਾਹ ਦਾ ਸਿੱਖ ਆ। ਜਦੋਂ ਆਵਾਜ਼ ਮਾਰਨੀ, ਸਭ ਤੋਂ ਪਹਿਲਾਂ ਆਪਣੇ ਚਪੜਾਸੀ ਨੂੰ ਸਰਦਾਰ ਜੀ ਕਹਿਣਾ। ਸਰਦਾਰ ਜੀ ਮੈਨੂੰ ਪਾਣੀ ਪਿਆਓ, ਸਰਦਾਰ ਜੀ ਮੈਨੂੰ ਕਾਗਜ਼ ਲਿਆ ਕੇ ਦਿਓ। ਇਹ ਗੁਰਮੁਖੋ ਕਿਹਦੀ ਬਖਸ਼ਿਸ਼ ਆ? ਇੱਕ ਸਾਰੇ ਜ਼ਿਲ੍ਹੇ ਦਾ ਮਾਲਕ ਆ। ਡੀਸੀ ਦੇ ਹੁਕਮ ਤੋਂ ਬਿਨਾ ਗੁਰਮੁਖੋ ਕੋਈ ਵੀ ਕੰਮ ਨਹੀਂ ਹੋ ਸਕਦਾ। ਸਰਕਾਰ ਨੇ ਵੀ ਉਸ ਜ਼ਿਲ੍ਹੇ ਦੇ ਅੰਦਰ ਕੋਈ ਕੰਮ ਕਰਨਾ, ਸਰਕਾਰ ਨੂੰ ਵੀ ਗੁਰਮੁਖੋ ਜ਼ਿਲ੍ਹੇ ਦੇ ਡੀਸੀ ਕੋਲੋਂ ਆਗਿਆ ਲੈਣੀ ਪੈਂਦੀ ਹੈ। ਜਦੋਂ 84 ਜੂਨ ਦਾ ਅਟੈਕ ਹੋਣ ਲੱਗਾ ਸੀ ਨਾ ਗੁਰਮੁਖੋ, ਇੱਕ ਤੇ ਪ੍ਰੇਮ ਗੁਰਸਿੱਖ ਡੀਸੀ ਸੀ, ਉਹਨੇ ਸ੍ਰੀ ਹਰਮੰਦਰ ਸਾਹਿਬ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ, ਪਰ ਬਾਦਲ ਪਰਿਵਾਰ ਨੇ ਰਾਤੋਂ ਰਾਤ ਉਸ ਡੀਸੀ ਨੂੰ ਬਦਲਿਆ। ਆਪਣੇ ਰਿਸ਼ਤੇਦਾਰ ਗੁਰਦੇਵ ਸਿੰਘ ਡੀਸੀ ਨੂੰ ਲਾਇਆ, ਉਹਦੀ ਸਹਿਮਤੀ ਹੋਈ, ਉਹਨੇ ਸਾਈਨ ਕੀਤੇ। ਫਿਰ ਸੈਂਟਰ ਸਰਕਾਰ ਨੇ ਗੁਰਮੁਖੋ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸੀ। ਵੇਖੋ ਸੀ ਜਿਹੜੇ ਦਾ ਮਾਲਕ ਆ, ਪਰ ਆਪਣੇ ਚਪੜਾਸੀ ਨੂੰ ਜਦੋਂ ਆਵਾਜ਼ ਮਾਰਦਾ ਪਹਿਲਾਂ ਸਰਦਾਰ ਜੀ ਕਹਿੰਦਾ। ਭਾਵੇਂ ਉਹ ਗਰੀਬ ਸੀ, ਭਾਵੇਂ ਉਹਦੀ ਥੋੜੀ ਤਨਖਾਹ ਸੀ, ਉਹਦਾ ਸੇਵਾਦਾਰ ਸੀ। ਬਖਸ਼ਿਸ਼ ਕਿਹਦੀ ਗੁਰਮੁਖੋ? ਇਹ ਕਲਗੀਧਰ ਪਾਤਸ਼ਾਹ ਦੀ। ਇਨ ਗਰੀਬ ਸਿੱਖਣ ਕਉ ਦੇਉ ਪਾਤਸ਼ਾਹੀ। ਤੇ ਪਾਤਸ਼ਾਹੀਆਂ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤੀਆਂ। ਭਾਂਡਾ ਭਾਓ। ਫਿਰ ਭਾਂਡਾ ਕਿਹੜਾ ਬਣਾਉਣਾ? ਪ੍ਰੇਮ ਦਾ ਭਾਂਡਾ ਬਣਾਉਣਾ। ਜਿਹਦੇ ਹਿਰਦੇ ਅੰਦਰ ਪ੍ਰੇਮ ਨਹੀਂ, ਉਹਨੂੰ ਗੁਰਮੁਖੋ ਪਰਮੇਸ਼ਰ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਅੰਮ੍ਰਿਤ ਤਿਤ ਢਾਲ। ਫਿਰ ਅੰਮ੍ਰਿਤ ਰੂਪੀ ਜਿਹੜਾ ਸ਼ਬਦ ਆ, ਉਪਦੇਸ਼ ਆ, ਇਸ ਭਾਂਡੇ ਦੇ ਢਾਲ ਕਰਕੇ ਬਣਾ ਕਰਕੇ ਪਾਉਣਾ ਕਰਨਾ ਹੈ। ਘੜੀਐ ਸਭੇ ਸੱਚੀ ਟਕਸਾਲ। ਜਿਸ ਤਰ੍ਹਾਂ ਕਿ ਸਰਕਾਰਾਂ ਦੀਆਂ ਟਕਸਾਲਾਂ ਹੁੰਦੀਆਂ, ਉੱਥੇ ਸਿੱਕੇ ਘੜੇ ਜਾਂਦੇ ਆ, ਤੇ ਫਿਰ ਪਰਮੇਸ਼ਰ ਦੀ ਟਕਸਾਲ
ਟਕਸਾਲ ਕਿਹੜੀ ਆ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਆ, ਇਹਦੀ ਟਕਸਾਲ ਕਿਹੜੀ ਆ? ਸੰਗਤ ਰੂਪੀ ਟਕਸਾਲ ਆ। ਜਿਹੜਾ ਸੰਗਤ ਵਿੱਚ ਆਉਂਦਾ ਗੁਰਮੁਖੋ ਦਾ ਤਨ ਵੀ ਪਵਿੱਤਰ ਤੇ ਮਨ ਵੀ ਪਵਿੱਤਰ ਹੁੰਦਾ। ਜਿਨ੍ਹਾਂ ਨੇ ਪਿਛਲੇ ਬੀਤੇ ਸਮੇਂ ਦੇ ਵਿੱਚ ਸੰਗਤ ਕੀਤੀ, ਆਪਣਾ ਆਪ ਸੁਧਾਰ ਲਿਆ। ਜਿਹੜੇ ਵਰਤਮਾਨ ਸਮੇਂ ਦੇ ਅੰਦਰ ਸੰਗਤ ਕਰਦੇ ਆ, ਗੁਰਮੁਖੋ ਆਪਣਾ ਆਪ ਸੁਧਾਰਦੇ ਆ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੰਗਤ ਕਰਨਗੇ, ਉਹ ਵੀ ਗੁਰਮੁਖੋ ਆਪਣਾ ਆਪ ਸੁਧਾਰਨ ਕਰਨਗੇ। ਘੜੀਆਂ ਸ਼ਬਦ ਇੱਥੇ ਸੱਚੀ ਟਕਸਾਲ, ਰਾਜਿਆਂ ਦੀਆਂ ਟਕਸਾਲਾਂ ਜਿਹੜੀਆਂ ਗੁਰਮੁਖੋ ਉਹ ਨਾਸ ਹੋ ਜਾਂਦੀਆਂ, ਮਿਟ ਜਾਂਦੀਆਂ। ਤੇ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਸੱਚੀ ਤੇ ਸੁੱਚੀ ਟਕਸਾਲ ਆ, ਸੰਗਤ ਰੂਪੀ ਟਕਸਾਲ ਆ, ਇਹਦੇ ਵਿੱਚ ਮਨ ਜਾਂ ਗਿਆਨ ਸ਼ਬਦ ਦੀ ਘਾਟ ਘੜੀ ਜਾਂਦੀ ਹੈ। ਕੋ ਨਦਰ ਕਰਮ ਤਿਨਕਾਰ, ਜਿਨ੍ਹਾਂ ਦੇ ਉੱਪਰ ਜਿਨ ਕੋ ਨਦਰ ਕਰਮ ਕਹਿੰਦੇ ਆ ਬਖਸ਼ਿਸ਼, ਜਿਨ੍ਹਾਂ ਦੇ ਉੱਪਰ ਗੁਰਮੁਖੋ ਨਦਰੇ ਰਹਿਮਤ ਹੁੰਦੀ ਆ, ਕਰਮ ਉਹ ਸ੍ਰੇਸ਼ਟ ਕਰਮ ਕਰਦੇ। ਤਿੰਨ ਕਾਰ ਉਹਨਾਂ ਨੂੰ ਸ੍ਰੇਸ਼ਟ ਸੱਚੀ ਤੇ ਸੁੱਚੀ ਕਾਰ ਵਿੱਚ ਲਾਇਆ ਜਾਂਦਾ ਹੈ। ਨਾਨਕ ਨਦਰੀ ਨਦਰ ਨਿਹਾਲ, ਫਿਰ ਉਹਨਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਨਦਰੇ ਰਹਿਮਤ ਹੁੰਦੀ ਆ, ਉਹ ਗੁਰਮੁਖੋਂ ਨਿਹਾਲ ਹੋ ਜਾਂਦੇ ਆ, ਆਪਣਾ ਆਪ ਵੀ ਸਵਾਰ ਲੈਂਦੇ ਆ ਤੇ ਆਪਣੇ ਸੰਗੀ ਸਾਥੀਆਂ ਦਾ ਵੀ ਸਲਾਹ ਕਰ ਲੈਂਦੇ ਹਨ। ਸ਼ਲੋਕ ਇਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਦਾਸ ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਪੜ੍ਹੀ ਗੁਰਬਾਣੀ